प्यारे दर्शकों, मैं नवदीप सिंह ते मेरे साथी बलवीर रत्तू जी असी अपना हफ्तावारी प्रोग्राम पते की गल लैके एक बारी फिर तुहाडे नाल रूबरू होना आए, तुहाडे सामने आए हैं। आप सब नूं जी आया। जय गुरुदेव, जय भीम। जय भीम जी। सो दर्शकों, जिहड़ा साडा समाज है, साडे धर्म ने, साडा सभ्याचार है, साडी सभ्याचारक बनतर है, ਉਹਦੇ ਵਿੱਚ सेवा ਨੂੰ बड़ी महत्ता दी गई है। ਅਸੀਂ ਜਦੋਂ भी ਸਾਨੂੰ मौका मिलता ਅਸੀਂ सेवा करना लोचते हैं, सेवा ਅਸੀਂ करनी चाਹੁੰਦੇ ਹਾਂ। पर ਬਹੁਤੀ ਵਾਰੀ ਕੀ ਹੁੰਦਾ ਕਿ ਅਸੀਂ ਜਿਹੜਾ सेवा ਦਾ ਭਾਵ ਆ ਉਹ ਸਿਰਫ ਧਰਮ ਦੇ ਨਾਲ ਹੀ ਜਿਹੜਾ ਹੈਗਾ ਉਹ ਜੋੜ ਲੈਂਦੇ ਆ, ਔਰ ਸਾਨੂੰ ਇਹ ਲੱਗਦਾ ਕਿ ਅਗਰ सेवा ਕੀਤੀ ਜਾ ਸਕਦੀ ਆ ਤੇ ਉਹ ਸਿਰਫ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਹੀ ਕੀਤੀ ਜਾ ਸਕਦੀ ਆ। पर सेवा करन दे बहुत सारे ढंग तरीके हैं, खास करके इन्हां मुल्कां दे विच ते सानू बहुत सारियां जिहड़ियां हैगियां ओह मौके मिलदे आ कि असी वख-वख थावां ते जाके वख-वख ऑर्गेनाइजेशन संस्थावां दे नाल जाके, चाहे वो धार्मिक होण, चाहे वो चैरिटियां होण, चाहे वो दूसरियां समाजिक जथेबंदियां होण, असी उहदां दे विच अपना योगदान जिहड़ा हैगा ओह पा सकदे हां। और असी अज इसे विषय ते गल करांगे कि असल दे विच सेवा की है, और असी अपना जिहड़ा समा है साडे कोल अगर वाधू समा है, उदां तां इन्हां मुल्कां दे विच बहुत घੱਟ लोग हैं जिन्हां कोल वाधू समा हुंदा, पर कई भैण भरा साडे इदां दे भी हैं जिहड़े रिटायर्ड ने जां सैमी रिटायर्ड ने, और उन्हां नूं इह पता नहीं लगदा कि असी समा किदां बतीत करिए। सो उन्हां भैणां भरावां लई, उन्हां साडे दर्शकां दे लई अज का विषय शायद बहुत रोचक रहेगा कि असी इस पहलू नूं भी विचारांगे कि असी सेवा जिहड़ी हैगी आ ओह किद्दां कर सकते हैं, और सानू ये जिहड़ी सेवा क्यों करनी चाहिए आ। सो इसे लई जिहड़ा हैगा बलवीर जी अज आपां गल भी इत्थे शुरू करते हैं जी कि अगर असी जिहड़ा शब्द आ सेवा, हाँ जी, जे उहनूं थोड़ा जिहा असी विचारीए हाँ जी कि सेवा तो जो असी सेवा शब्द की वरतों करते हैं, हाँ जी, ਇਹਦਾ ਕੀ मकसद है ਜਾਂ ਇਹਦਾ ਕੀ मतलब निकलता है। हाँ जी, ਇਹ ਨਵਦੀਪ ਜੀ ਜਿਸ ਤਰ੍ਹਾਂ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਵੋਲੰਟੀਅਰ ਕਰਨਾ जी ਕਿ ਜਾਂ ਪੰਜਾਬੀ ਦੇ ਵਿੱਚ ਵਲੰਟੀਅਰ ਕਹਿ ਦਿੰਦੇ ਆ हाँ जी ਕਿ ਇਹ ਬੰਦਾ ਵਲੰਟੀਅਰ ਤੌਰ ਤੇ ਕੰਮ ਕਰਦਾ। जी ਸੋ ਵੋਲੰਟਰੀ ਜਿਹੜਾ ਉਹ ਕੰਮ ਕਰਨਾ ਹੈਗਾ। हाँ जी ਮੇਰੇ ਆਪਣੇ ਤਜਰਬੇ ਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ जी ਕਿ ਇਸ ਨੂੰ ਜਿਹੜੀ ਬਹੁਤੀ ਉਹ ਅਹਿਮੀਅਤ ਨਹੀਂ ਦਿੱਤੀ ਜਾਂਦੀ जी ਕਿ ਸੇਵਾ ਜਿਹੜੀ ਹੈਗੀ ਆ ਉਹ ਕਰਾਉਣੀ, ਮਦਦ ਲੈਣੀ, ਉਹ ਤਾਂ ਅਸੀਂ ਜਾਣਦੇ ਹਾਂ, ਲੇਕਿਨ ਆਪ ਜਿਹੜੀ ਉਹ ਸੇਵਾ ਦੇਣੀ ਹੈਗੀ ਆ बिल्कुल ਉਹ ਕਰਨੀ, ਸਮਾਜ ਦੀ ਸੇਵਾ ਕਰਨੀ। ਅਸੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ जी ਕਿ ਅਸੀਂ ਜਿਹੜੀਆਂ ਹੈਗੀਆਂ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ, जी ਜਿਸ ਤਰ੍ਹਾਂ ਮੈਂ ਅਕਸਰ ਹੀ ਕਹਿੰਦਾ ਹੁੰਦਾ ਹਾਂਜੀ। ਕਿ ਜਿਸ ਤਰ੍ਹਾਂ ਇੱਕ ਮਿਸਾਲ ਹੈਗੀ ਕਿ ਜੋੜੇ ਸਾਫ਼ ਕਰਨੇ, हाँ जी ਜਾਂ ਜਿਸ ਤਰ੍ਹਾਂ ਕਾਰਪੇਟਾਂ ਸਾਫ਼ ਕਰਨੀਆਂ, ਹਾਂਜੀ। ਜਾਂ ਮਾਂਜਾ ਫੇਰਨਾ, ਜੀ। ਜਾਂ ਭਾਂਡੇ ਧੋਣੇ। हाँ जी ਸੋ ਇਸ ਤਰ੍ਹਾਂ ਦੀ ਜਿਹੜਾ ਸੇਵਾ ਹੈਗੀ ਆ ਉਸ ਨੂੰ ਤਾਂ ਅਸੀਂ ਸੇਵਾ ਸਮਝਦੇ ਹਾਂ, हाँ जी ਲੇਕਿਨ ਜਿਹੜੀਆਂ ਹੋਰ ਤਰ੍ਹਾਂ ਦੀਆਂ ਸੇਵਾਵਾਂ ਹੈਗੀਆਂ ਜਿਹਦੇ ਬਾਰੇ ਅਸੀਂ ਅੱਗੇ ਜਾ ਕੇ ਜ਼ਿਕਰ ਕਰਾਂਗੇ, बिल्कुल ਉਹਨਾਂ ਦੇ ਬਾਰੇ ਅਸੀਂ ਉਹ ਸੋਚ ਵਿਚਾਰ ਨਹੀਂ ਕਰਦੇ। बिल्कुल बिल्कुल ਤੇ ਜਿਹੜੀ ਵੋਲੰਟੀਅਰਲੀ ਤੌਰ ਤੇ ਜਿਹੜਾ ਕੰਮ ਕਰਨਾ ਹੈਗਾ, हाँ जी ਜਾਂ ਜਿਹੜੀ ਹੈਗੀ ਆ ਉਹ ਇੱਕ ਸਮਾਜ, ਇੱਕ ਸਵੈ ਸੇਵੀ ਦੇ ਤੌਰ ਦੇ ਉੱਤੇ ਕੰਮ ਕਰਨਾ, ਉਹਦਾ ਮੇਨਲੀ ਮਤਲਬ ਇਹ ਹੈਗਾ ਕਿ ਬਿਨਾਂ ਕਿਸੇ ਉਹਦਾ ਕੋਈ ਆਪਣਾ ਨਿੱਜੀ ਫਾਇਦਾ ਦੇਖੇ ਤੋਂ ਜੀ। ਬਗੈਰ ਕਿ ਮੇਰਾ ਕੋਈ ਆਪਣਾ ਨਿੱਜੀ ਫਾਇਦਾ ਹੋਵੇ। ਬੇਸ਼ੱਕ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ ਹਾਂਜੀ। ਕਿ ਜਿਸ ਵੇਲੇ ਆਪਾਂ ਵੋਲੰਟਰੀ ਤੌਰ ਤੇ ਕੰਮ ਕਰਦੇ ਹਾਂ ਉਹਦੇ ਪਰਸਨਲੀ ਨਿੱਜੀ ਤੌਰ ਤੇ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਫਾਇਦੇ ਹੈਗੇ ਆ ਹਾਂਜੀ। ਉਹ ਹੁੰਦੇ ਆ, ਹੋ ਸਕਦੇ ਆ जी ਲੇਕਿਨ ਉਹਦੇ ਵਿੱਚ ਤੁਹਾਨੂੰ ਕੋਈ ਆਮਦਨ ਦੇਣੀ ਕੋਈ ਉਮੀਦ ਹੁੰਦੀ जी ਕਿ ਜਿਹੜਾ ਵੀ ਮੈਂ ਮਦਦ ਕਰਾਂਗਾ ਮੈਨੂੰ ਉਹਦੇ ਵਿੱਚੋਂ ਕੋਈ ਮਦਦ ਮਿਲੇਗੀ। हाँ, मेरा ख्याल भी जी गल तुसीं जिहड़ा नुकता उठाया ये बहुत महत्वपूर्ण हैगा। जी वो इस करके कि जिहड़ी सेवा आ वो इस भावना नहीं कीती जाती कि सानू इहदे इवज़ दे विच हाँ जी कोई पैसे मिलने आ जां सानू कोई स्वर्ग नरक मिलना जां नरक तां नहीं, पर बहुते लोकां नूं इह हुंदा कि साडा अग्गा सवारिया जाऊगा। हाँ जी हालांकि ਉਹਦੇ ਬਾਰੇ ਸਾਨੂੰ ਕਈ ਵਾਰੀ ਬਹੁਤਾ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਅੱਗਾ ਜਾਣਾ ਕਿੱਥੇ ਆ ਜਾਂ ਕਿਸੇ ਨੇ ਅੱਗੇ ਆ ਕੇ ਦੱਸਿਆ ਹੋਵੇ। हाँ जी पर
ਬਹੁਤ ਸਾਰੇ ਲੋਕੀ ਨੇ ਜਿਹੜੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਹੈਗੀ ਆ। ਮੇਰਾ ਖਿਆਲ ਸਾਡੇ ਜਿਹੜੇ ਦਰਸ਼ਕ ਹੈਗੇ ਆ, ਭੈਣ ਭਰਾ ਹੈਗੇ, ਉਹ ਜਾਣਦੇ ਹੋਣਗੇ ਵੀ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ, ਉਹਨਾਂ ਦੀ ਜਿਹੜੀ ਸੇਵਾ ਆ ਉਹ ਇੱਕ ਮਿਸਾਲ ਪੰਜਾਬ ਦੇ ਵਿੱਚ ਹੈਗੀ ਆ ਕਿ ਉਹਨਾਂ ਬਿਨਾਂ ਕਿਸੇ ਇਵਜ਼ ਦੇ, ਬਿਨਾਂ ਕਿਸੇ ਨਿੱਜੀ ਲਾਭ ਤੋਂ ਉਹਨਾਂ ਨੇ ਨਿਰਸਵਾਰਥ ਹੋ ਕੇ ਸੇਵਾ ਕੀਤੀ। ਸੋ ਅਗਰ ਜਿਹੜਾ ਅਸੀਂ ਸਾਡਾ ਅੱਜ ਦਾ ਮੁੱਦਾ ਹੈਗਾ ਉਹ ਇਹੀ ਆ ਕਿ ਅਸੀਂ ਇਸ ਸੇਵਾ ਜਿਹੜੀ ਹੈਗੀ ਆ ਇਹ ਇੱਦਾਂ ਕਿੱਦਾਂ ਕਰ ਸਕਦੇ ਹਾਂ। ਔਰ ਇਹਦੇ ਨਾਲ ਇਕੱਲਾ ਇਹੀ ਨਹੀਂ ਹੁੰਦਾ, ਮੇਰਾ ਖਿਆਲ ਇਹਦੇ ਨਾਲ ਜਿਹੜੀ ਸਮਾਜ ਵੀ ਹੈਗਾ, ਸਮਾਜ ਦਾ ਬਿਹਤਰ ਹੋਣਾ ਵੀ ਹੈਗਾ। ਉਹ ਜਿਹੜੇ ਬਹੁਤ ਸਾਰੇ ਲੋਕੀ ਆਪਣਾ ਸਮਾਂ ਮੁਫਤ ਦਿੰਦੇ ਹੈਗੇ ਆ, ਆਪਣਾ ਸਮਾਂ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਪ੍ਰਸਿੱਧੀ ਦੇ ਲਾਲਚ ਦੇ ਉਹ ਦਿੰਦੇ ਆ, ਤੇ ਉਹ ਸਮਾਜ ਨੂੰ ਜਿਹੜਾ ਹੈਗਾ ਸਹੀ ਲੀਹਾਂ ਤੇ ਰੱਖਦੇ ਆ। ਇਹ ਨਵਦੀਪ ਜੀ, ਜਿਹੜਾ ਤੁਸੀਂ ਬੇਸ਼ੱਕ ਆਪਾਂ ਹਾਸੇ ਦੇ ਵਿੱਚ ਗੱਲ ਕੀਤੀ ਜੀ ਕਿ ਜਿਹੜੀ ਸਵਰਗ ਨਰਕ ਦੀ ਜਿਹੜੀ ਐਂਟਰੀ ਹੈਗੀ ਆ ਜੀ, ਕਿ ਸਾਨੂੰ ਸਵਰਗ ਦੇ ਵਿੱਚ ਜਗ੍ਹਾ ਮਿਲੂਗੀ ਜੀ, ਆਪਾਂ ਫਿਰ ਕਿਤੇ ਇਸ ਟੌਪਿਕ ਦੇ ਉੱਤੇ ਬਾਰੇ ਡੂੰਘਾਈ ਦੇ ਵਿੱਚ ਗੱਲ ਕਰਾਂਗੇ ਜੀ। ਤਾਂ ਲੇਕਿਨ ਬਹੁਤ ਸਾਰੇ ਲੋਕੀ ਉਹ ਇਹੀ ਗੱਲ ਦੀ ਉਮੀਦ ਰੱਖ ਕੇ ਬਿਲਕੁਲ ਉਹ ਸੇਵਾ ਕਰਦੇ ਆ ਕਿ ਅਸੀਂ ਆਹ ਜਿਹੜੀ ਹੈਗੀ ਹੈ ਸੇਵਾ ਕਰਾਂਗੇ। ਬੇਸ਼ੱਕ ਉਹ ਆਪਣੇ ਵੱਲੋਂ ਮੱਲੋ ਜੋਰੀ ਲੋਕਾਂ ਦੇ ਉੱਤੇ ਠੋਸੀ ਗਈ ਸੇਵਾ ਹੋਵੇ ਹਾਂਜੀ, ਐਂਡ ਬੇਸ਼ੱਕ ਉਸ ਦੀ ਜ਼ਰੂਰਤ ਬਿਨਾਂ ਹੋਵੇ, ਤਾਂ ਫਿਰ ਵੀ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਉਹ ਫੈਲਾਈ ਗਈ ਹੁੰਦੀ ਹੈ ਕਿ ਇੱਦਾਂ ਦੀ ਸੇਵਾ ਕਰੋਗੇ ਤਾਂ ਤੁਸੀਂ ਸਵਰਗਾਂ ਦੇ ਵਿੱਚ ਜਾਓਗੇ। ਬਿਲਕੁਲ। ਤਾਂ ਇਹ ਜਿਹੜੀ ਹੈਗੀ ਆ ਅਸੀਂ ਉਸ ਸੇਵਾ ਦੀ ਨਹੀਂ ਗੱਲ ਕਰਦੇ ਜੀ, ਅਸੀਂ ਜਿਹਦੇ ਵਿੱਚ ਲੋਕਾਂ ਨੂੰ ਸਹੀ ਤੌਰ 'ਤੇ ਜਿਹੜਾ ਕੋਈ ਫਾਇਦਾ ਹੋ ਸਕਦਾ ਕਿ ਬਿਨਾਂ ਕੋਈ ਆਪਣੀ ਜਿਹੜੀ ਨਿੱਜੀ ਫਾਇਦਾ ਦੇਖੇ ਤੋਂ ਬਗੈਰ, ਲਏ ਤੋਂ ਬਗੈਰ ਕਿਸੇ ਦੀ ਮਦਦ ਕਰਨੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਅੱਛਾ, ਇਹਦੇ ਵਿੱਚ ਤੁਸੀਂ ਮੇਰਾ ਖਿਆਲ ਇਹਦੇ ਤੇ ਵੱਲ ਇਸ਼ਾਰਾ ਵੀ ਕੀਤਾ ਸੀਗਾ ਜੀ। ਦੇਖੋ, ਮਨੁੱਖ ਅਕਸਰ ਮਨੁੱਖ ਹੀ ਆ, ਉਹਦੇ ਮਨ ਦੇ ਵਿੱਚ ਇਹ ਹੁੰਦਾ ਕਿ ਭਾਵੇਂ ਮੈਨੂੰ ਪੈਸੇ ਨਾ ਮਿਲਣ ਪਰ ਮੈਨੂੰ ਕੁਛ ਨਾ ਕੁਛ ਇਹਦਾ ਫਾਇਦਾ ਜ਼ਰੂਰ ਹੋਵੇ। ਹੋ ਸਕਦਾ ਮੈਨੂੰ 4 ਲੋਕ ਜਾਣਨ ਕਿ ਇਹ ਬੰਦਾ ਜੀ ਬਹੁਤ ਸੇਵਾ ਕਰਦਾ ਜੀ। ਪਰ ਅਗਰ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਵੀ ਰੱਖ ਲਈਏ ਤੇ ਜਦੋਂ ਤੁਸੀਂ ਵੋਲੰਟੀਅਰਿੰਗ ਕੰਮ ਕਰਦੇ ਆ, ਸੇਵਾ ਭਾਵਨਾ ਨਾਲ ਨਿਸ਼ਕਾਮ ਹੋ ਕੇ ਤੁਸੀਂ ਸੇਵਾ ਕਰਦੇ ਆ, ਉਹਦੇ ਤੁਹਾਨੂੰ ਜਾਤੀ ਤੌਰ ਤੇ ਕੀ ਫਾਇਦੇ ਹੁੰਦੇ ਆ ਜੀ? ਜੇ ਅਸੀਂ ਉੱਪਰਲੇ ਤੌਰ 'ਤੇ ਨਵਦੀਪ ਜੀ ਦੇਖੀਏ, ਲੱਗਦਾ ਨਹੀਂ ਕਿ ਉਹਦੇ ਬਹੁਤੇ ਫਾਇਦੇ ਹੋਣਗੇ ਜੀ, ਪਰ ਜੇ ਅਸੀਂ ਡੂੰਘਾਈ ਦੇ ਵਿੱਚ ਦੇਖੀਏ ਇਹਦੇ ਬਾਰੇ ਤਾਂ ਤੁਹਾਨੂੰ ਨਿੱਜੀ ਤੌਰ 'ਤੇ ਉਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ ਜੀ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਜੇ ਇੱਕ ਅਸੀਂ ਹੁਣ ਮਿਸਾਲ ਲੈ ਲਈਏ ਕਿ ਜੇ ਇੱਕ ਹਸਪਤਾਲ ਦੇ ਵਿੱਚ ਤੁਸੀਂ ਸੇਵਾ ਦੇ ਤੌਰ 'ਤੇ ਕੰਮ ਕਰਦੇ ਆ ਕਿ ਜਦੋਂ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਮੂਹਰੇ ਬਹੁਤ ਸਾਰੇ ਬੰਦੇ ਖੜ੍ਹੇ ਹੁੰਦੇ ਆ ਜਿਹੜੇ ਕਿ ਤੁਹਾਨੂੰ ਦੱਸਦੇ ਆ ਕਿ ਜਿਸ ਤਰ੍ਹਾਂ ਕੋਈ ਬੰਦਾ ਆਪਣੀ ਚਿੱਠੀ ਫਰੋਲ ਰਿਹਾ ਕਿ ਆ ਜਿਹੜਾ ਹੈਗਾ ਆ ਕਲੀਨਿਕ ਕਿੱਥੇ ਹੈਗੀ ਆ ਜਾਂ ਡਿਪਾਰਟਮੈਂਟ ਕਿੱਥੇ ਆ ਜਾਂ ਫਾਰਮੇਸੀ ਕਿੱਥੇ ਆ, ਤਾਂ ਉਹ ਝੱਟ ਤੁਹਾਡੇ ਕੋਲ ਪਹੁੰਚ ਜਾਂਦੇ ਆ, ਕੈਨ ਆਈ ਹੈਲਪ ਯੂ, where would you like to go, ਐਂਡ ਉਹ ਬੜੀ ਜਲਦੀ ਤੁਹਾਡੀ ਉਹ ਮਦਦ ਕਰਨ ਉਹ ਆ ਪਹੁੰਚਦੇ ਆ। ਤਾਂ ਜਿਸ ਵੇਲੇ ਉਹ ਤੁਹਾਡੇ ਕੋਲੋਂ ਫਿਰ ਚਿੱਠੀ ਦੇਖਦੇ ਤਾਂ ਉਹ ਤੁਹਾਨੂੰ ਝੱਟ ਦੱਸ ਦਿੰਦੇ ਆ ਕਿ ਮੰਨ ਲਓ ਜੇ ਕਿ ਐਕਸਰੇ ਦਾ ਮਹਿਕਮਾ ਹੈਗਾ, ਐਕਸਰੇ ਦਾ ਡਿਪਾਰਟਮੈਂਟ ਆ ਜੀ, ਤਾਂ ਉਹ ਤੁਹਾਨੂੰ ਅੱਗੇ ਤੱਕ ਤੋਰ ਕੇ ਵੀ ਲੈ ਜਾਂਦੇ ਆ ਜੀ ਕਿ ਮੇਰੇ ਨਾਲ ਆਓ, ਤਾਂ ਉੱਥੋਂ ਫਿਰ ਤੁਹਾਨੂੰ ਉਹ ਡਾਇਰੈਕਟ ਕਰਦੇ ਆ ਜੀ। ਤੇ ਹੁਣ ਜੇ ਜਿਹੜਾ ਬੰਦਾ ਉਹ ਕੰਮ ਕਰ ਰਿਹਾ ਤਾਂ ਉਸ ਨੇ ਫਿਰ ਜਦੋਂ ਇੱਕ ਜੋਬ ਦੇ ਤੌਰ 'ਤੇ, ਇੱਕ ਕੰਮ ਦੇ ਤੌਰ 'ਤੇ ਉਹਨੇ ਬੰਦੇ ਨੇ ਉਹਨੂੰ ਪਹਿਲਾਂ ਟਾਈਮ ਸਿਰ ਰਾਤ ਨੂੰ ਸੌਣਾ ਵੀ ਪਊ ਬਿਲਕੁਲ, ਤਾਂ ਕਿ ਦੂਸਰੇ ਦਿਨ ਉੱਥੇ ਜਾ ਕੇ ਹਸਪੀਟਲ ਦੇ ਵਿੱਚ ਉਹਨੇ ਹੈਲਪ ਕਰਨੀ ਆ ਜੀ, ਉਹ ਬੰਦਾ ਟਾਇਰਡ ਨਾ ਹੋਵੇ ਤੇ ਉਹਨੂੰ ਟਾਈਮ ਸਿਰ ਸੌਣਾ ਪੈਣਾ ਜੀ, ਉਹਨੂੰ ਫਿਰ ਟਾਈਮ ਸਿਰ ਉੱਠਣਾ ਪੈਣਾ ਤੇ ਤਿਆਰ ਹੋਣਾ ਪੈਣਾ ਤੇ ਤਿਆਰ ਹੋ ਕੇ ਤਾਂ ਫਿਰ ਉਹਨੂੰ ਅਪਰੋਪਰੀਏਟਲੀ ਉਹਨੂੰ ਡਰੈਸ ਵੀ ਕਰਨਾ ਪੈਣਾ ਬਿਲਕੁਲ। ਤਾਂ ਇਹਦੇ ਨਾਲ ਜਿਹੜਾ ਨਾ ਤੁਹਾਡਾ ਆਪਣਾ ਨਿੱਜੀ ਮਿਆਰ ਹੁੰਦਾ, ਜਿਹੜੀ ਤੁਹਾਡੀ ਆਪਣੀ ਫੀਲਿੰਗ ਹੈਗੀ ਆ ਉਹਦੇ ਵਿੱਚ ਉਹ ਤੁਸੀਂ ਚੰਗਾ ਮਹਿਸੂਸ ਕਰਦੇ ਆ। ਸੋ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਡਿਸਿਪਲਿਨ ਆ ਜਾਂਦਾ, ਇਹ ਨਹੀਂ ਹੁੰਦਾ ਵੀ ਚੱਲ ਠੀਕ ਹੈ ਹੁਣ ਵਿਹਲੇ ਹੀ ਆ, ਜੇ 6 ਵਜੇ ਉੱਠ ਖੜੇ, 7 ਵਜੇ ਉੱਠ ਖੜੇ, 8 ਵਜੇ ਉੱਠ ਖੜੇ, ਜਦੋਂ ਵੀ ਜੀ ਕੀਤਾ ਉੱਠ ਖੜੇ ਬਿਲਕੁਲ। ਪਰ ਜਦੋਂ ਤੁਹਾਡੀ ਕੋਈ ਬੰਨੋਗਿਰੀ ਹੋ ਜਾਂਦੀ ਆ ਜਾਂ ਤੁਸੀਂ ਉਹਨਾਂ ਨਾਲ ਕੋਈ ਵਾਅਦਾ ਕੀਤਾ ਹੁੰਦਾ ਕਿ ਮੈਂ ਇਸ ਦਿਨ ਇਸ ਟਾਈਮ ਤੇ ਆਊਂਗਾ, ਫਿਰ ਤੁਹਾਨੂੰ ਵੀ ਇਹ ਹੁੰਦਾ ਕਿ ਤੁਸੀਂ ਉੱਠਣਾ ਹੈ, ਉੱਠ ਕੇ ਤਿਆਰ ਹੋਣਾ, ਤੇ ਤਿਆਰ ਹੋ ਕੇ ਤੁਸੀਂ ਉਸ ਸਮੇਂ ਸਿਰ ਜਿਹੜਾ ਹੈਗਾ ਉੱਥੇ ਪਹੁੰਚਣਾ। ਤੇ ਦੂਜੀ ਨਾਲ ਇਹ ਵੀ ਗੱਲ ਇਹ ਹੈਗੀ ਆ ਕਿ ਮੰਨ ਲਓ ਕਿ ਕੋਈ ਬੰਦਾ ਕੰਮ ਲੱਭ ਰਿਹਾ ਤੇ ਜਿੰਨੀ ਦੇਰ ਤੱਕ ਉਹਨੂੰ ਉਹ ਕੰਮ ਨਹੀਂ ਲੱਭਦਾ ਜੀ, ਤੇ ਇਹਦੀ ਬਜਾਏ ਕਿ ਉਹ ਘਰ ਬੰਦਾ ਬੈਠਾ ਸੁੱਤਾ ਰਵੇ ਤਾਂ ਜਾਂ ਸੋਫੇ 'ਤੇ ਬੈਠਾ ਉੱਥੇ
ਜਿਹੜਾ ਹੈਗਾ ਟੈਲੀਵਿਜ਼ਨ ਦੇਖੀ ਜਾਵੇ ਜੀ, ਜੇ ਉਹ ਆਪਣੀ ਇਹ ਜਿਹੜੀ ਸ਼ਕਤੀ ਹੈਗੀ ਆ ਹਾਂਜੀ। ਉਹ ਇਸ ਕੰਮ ਲਈ ਵਰਤੇ ਜੀ, ਤਾਂ ਉਹ ਫਿਰ ਕੰਮ ਦੇ ਉੱਤੇ ਜਾਣ ਲਈ ਆਦੀ ਹੋਵੇਗਾ, ਟਾਈਮ ਸਿਰ ਸੌਣਾ, ਟਾਈਮ ਸਿਰ ਉੱਠਣਾ ਤੇ ਅਪਰੋਪਰਲੀ ਡਰੈਸ ਕਰਨਾ, ਹਾਂਜੀ, ਤਾਂ ਉਹਨਾਂ ਨੂੰ ਇਸ ਦੇ ਵਿੱਚ ਵੀ ਫਾਇਦਾ ਹੋ ਸਕਦਾ ਬਿਲਕੁਲ ਤੇ ਬਿਲਕੁਲ, ਆਪਣੇ ਉਹ CV ਦੇ ਉੱਤੇ ਵੀ ਲਿਖ ਸਕਦੇ ਆ। ਹਾਂਜੀ, ਤਾਂ ਜਿਹੜੇ ਫਿਰ EMPLOYERS ਹੋਣਗੇ ਉਹ ਦੇਖਣਗੇ ਕਿ ਇਹ ਜਿਹੜਾ ਬੰਦਾ ਹੈਗਾ ਆ ਇਹ ਆਪਣਾ ਟਾਈਮ ਵੇਸਟ ਨਹੀਂ ਕਰਦਾ ਰਿਹਾ, ਇਹ ਬੰਦਾ ਕੰਮ ਕਰ ਸਕਦਾ, ਟਾਈਮ ਸਿਰ ਸੌਂ ਸਕਦਾ, ਟਾਈਮ ਸਿਰ ਉੱਠ ਸਕਦਾ। ਜੀ, ਕਿਉਂਕਿ ਜਦੋਂ ਅਸੀਂ ਕੰਮ ਤੇ ਜਾਂਦੇ ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ ਕਿ ਲੋੜ ਤੁਸੀਂ- ਹੁੰਦੀ ਆ, ਹਾਂਜੀ, ਲੋੜ ਹੁੰਦੀ ਹੈ। ਹਾਂਜੀ, ਹਾਂ। ਜੀ। ਸੋ ਨਾਲੇ ਬਲਵੀਰ ਜੀ ਉਹਦੇ ਵਿੱਚ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਆ, ਮੇਰਾ ਖਿਆਲ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਮੈਨੂੰ ਠੀਕ ਕਰਿਓ, ਜੀ, ਕਿ ਜਦੋਂ ਤੁਸੀਂ ਬਾਹਰ ਨਿਕਲਦੇ ਆ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਆ, ਹਾਂਜੀ, ਔਰ ਜਿਹੜੀਆਂ ਤੁਹਾਡਾ ਕਈ ਵਾਰੀ ਆਪਣੀਆਂ ਚਿੰਤਾਵਾਂ ਹੁੰਦੀਆਂ, ਹਾਂਜੀ, ਬੰਦੇ ਦਾ ਮਨੁੱਖ ਦਾ ਆਪਣਾ ਜਿਹੜੀਆਂ ਉਹਨਾਂ ਤੋਂ ਦਿਮਾਗ ਪਰੇ ਹੋ ਜਾਂਦਾ ਹਾਂਜੀ, ਜਿੰਨਾ ਚਿਰ ਤੁਸੀਂ ਉੱਥੇ ਖੜੇ ਆ। ਜੀ। ਸੋ ਤੁਸੀਂ ਦੇਖਦੇ ਆ ਵੀ ਕੌਣ ਆਇਆ ਕੌਣ ਗਿਆ, ਔਰ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਤੁਹਾਡੇ ਨਾਲ ਉੱਥੇ ਵੋਲੰਟੀਅਰ ਤੌਰ ਤੇ ਕੰਮ ਕਰਨ ਵਾਲੇ ਹੁੰਦੇ ਆ ਉਹ ਵੀ ਤੁਹਾਨੂੰ ਬੜਾ ਹੌਸਲਾ ਦਿੰਦੇ ਆ, ਜੀ, ਔਰ ਤੁਹਾਨੂੰ ਜਿਹੜੀਆਂ ਆਪਣੀਆਂ ਸਮੱਸਿਆਵਾਂ ਆ ਉਹ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ। ਹਾਂਜੀ, ਖਾਸ ਕਰਕੇ ਜਦੋਂ ਤੁਸੀਂ ਹਸਪੀਟਲ ਦੀ ਗੱਲ ਦੇਖੀ ਹੈ, ਕਈ ਵਾਰੀ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੋਂ, ਬਿਮਾਰੀਆਂ ਤੋਂ ਘਬਰਾ ਜਾਂਦੇ ਆ, ਹਾਂਜੀ, ਪਰ ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਆ ਕਿ ਲੋਕ ਤਾਂ ਜਿਹੜੇ ਹੈਗੇ ਆ ਸਾਡੇ ਨਾਲ ਬਹੁਤ ਜ਼ਿਆਦਾ ਬਿਮਾਰ ਆ, ਉਹ ਵੀ ਜ਼ਿੰਦਗੀ ਜੀ ਰਹੇ ਆ, ਤਾਂ ਤੁਹਾਨੂੰ ਹੌਸਲਾ ਵੀ ਮਿਲਦਾ। ਬਿਲਕੁਲ। ਸੋ ਇਹਦੇ ਨਾਲ ਜ਼ਰੂਰੀ ਨਹੀਂ ਹੈਗਾ ਕਿ ਇਕੱਲਾ ਸਿਰਫ ਉਹ ਤੁਹਾਨੂੰ ਕੰਮ ਦੇ ਲਈ ਹੈਗਾ, ਹਾਂਜੀ। ਤੁਹਾਡੀ ਮਾਨਸਿਕ ਤੌਰ ਤੇ ਤੁਹਾਡੀ ਸਿਹਤ ਜਿਹੜੀ ਆ ਉਹ ਵੀ ਬਹੁਤ ਚੰਗੀ ਰਹਿੰਦੀ ਆ। ਇਹ ਇਕੱਲਾ ਇਹੀ ਨਹੀਂ ਨਵਦੀਪ ਜੀ, ਜਿਸ ਵੇਲੇ ਨਾ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਕੁਦਰਤੀ ਤੌਰ ਤੇ ਤੁਸੀਂ ਵਧੀਆ ਮਹਿਸੂਸ ਕਰਦੇ ਆ ਬਿਲਕੁਲ ਕਿ ਮੈਂ ਕਿਸੇ ਦੀ ਮਦਦ ਕਰ ਸਕਿਆ। ਹਾਂਜੀ, ਹੁਣ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਮੇਰੀ ਮਦਦ ਕੀਤੀ ਜੀ, ਤੇ ਬਹੁਤ ਸਾਰੇ ਬੰਦਿਆਂ ਦੀ ਮੈਂ ਮਦਦ ਕੀਤੀ, ਜੀ। ਤਾਂ ਤੁਸੀਂ ਫਿਰ ਕਿਸੇ ਦੀ ਮਦਦ ਕਰਕੇ ਆਪਣੇ ਆਪ ਦੇ ਵਿੱਚ ਇੱਕ ਵਧੀਆ ਮਹਿਸੂਸ ਕਰਦੇ ਆ। ਬਿਲਕੁਲ। ਤੇ ਦੂਸਰੇ ਪਾਸੇ ਇਹ ਹੈਗਾ ਕਿ ਜਿਸ ਵੇਲੇ ਤੁਸੀਂ ਘਰੋਂ ਬਾਹਰ ਨਿਕਲਦੇ ਆ, ਹਾਂਜੀ, ਇਹਦੀ ਬਜਾਏ ਕਿ ਤੁਸੀਂ ਅੰਦਰ ਹੀ ਬੈਠੇ ਰਹੋ, ਘਰ ਤੋਂ ਬਾਹਰ ਨਿਕਲਦੇ ਆ, ਹੋਰ ਲੋਕਾਂ ਨੂੰ ਮਿਲਦੇ ਆ, ਤੇ ਜਿਸ ਵੇਲੇ ਲੋਕਾਂ ਦੇ ਨਾਲ ਤੁਹਾਡਾ ਬਾਹ ਪੈਂਦਾ, ਤੁਹਾਨੂੰ ਇੱਕ ਗੱਲਬਾਤ ਕਰਨੇ ਦਾ ਸਲੀਕਾ ਹੁੰਦਾ ਬਿਲਕੁਲ ਕਿ ਕਿਸੇ ਬੰਦੇ ਨਾਲ ਗੱਲ ਕਿੱਦਾਂ ਕਰਨੀ ਆ। ਤੁਹਾਡੇ ਵਿੱਚ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਹੈਗੇ ਆ ਕਿ ਲੋਕਾਂ ਦੀ ਕਿਸੇ ਦੀ ਗੱਲ ਸੁਣਨੀ, ਕਿਸੇ ਨੂੰ ਗੱਲ ਦੱਸਣੀ, ਹਾਂਜੀ, ਤਾਂ ਉਹ ਜਿਹੜੇ ਤਰੀਕੇ ਤੁਹਾਡੇ ਕੋਲ ਆਉਂਦੇ ਆ। ਸੋ ਹਮੇਸ਼ਾ ਅਸੀਂ ਇੱਕ ਦੂਜੇ ਦੇ ਕੋਲੋਂ ਸਿੱਖਦੇ ਆ। ਬਿਲਕੁਲ। ਅਸੀਂ ਘਰੋਂ ਬਾਹਰ ਨਿਕਲਾਂਗੇ, ਕਿਸੇ ਦੀ ਮਦਦ ਕਰਾਂਗੇ, ਕਿਸੇ ਦੀ ਗੱਲ ਸੁਣਾਂਗੇ, ਹਾਂਜੀ, ਤਾਂ ਫਿਰ ਆਪਣੀ ਜੇ ਉਹਨਾਂ ਦੀ ਮਦਦ ਅਸੀਂ ਕਰ ਸਕਦੇ, ਕੋਈ ਉਹਨਾਂ ਦੇ ਕੰਮ ਆ ਜਾਵੇ ਤਾਂ ਉਹਨਾਂ ਦਾ ਵੀ ਭਲਾ ਹੋ ਸਕਦਾ। ਸੋ ਇਸ ਕਰਕੇ ਇਹਦੇ ਵਿੱਚ ਸਾਨੂੰ ਆਪਣੇ ਆਪ ਦੇ ਵਿੱਚ ਵੀ ਖੁਸ਼ੀ ਮਹਿਸੂਸ ਹੁੰਦੀ ਆ। ਹੁਣ ਇਹ ਦੇਖੋ ਕਿ ਜਿਸ ਵੇਲੇ ਅਸੀਂ ਖੁਸ਼ ਮਹਿਸੂਸ ਕਰਦੇ ਹਾਂ, ਹਾਂਜੀ, ਤਾਂ ਉਸ ਵੇਲੇ ਜਿਹੜਾ ਬੰਦੇ ਦਾ ਸੁਭਾਅ ਕਿਦਾਂ ਦਾ ਬਣਦਾ, ਤਾਂ ਜਿਹੜੇ ਬੰਦੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਖੁਸ਼ੀ ਦੇ ਮੌਕੇ ਨਹੀਂ ਆਉਂਦੇ, ਹਾਂਜੀ, ਤਾਂ ਉਹਨਾਂ ਦਾ ਜਿਹੜਾ ਸੁਭਾਅ ਉਹ ਕਿਦਾਂ ਦਾ ਹੋ ਸਕਦਾ। ਬਿਲਕੁਲ ਬਿਲਕੁਲ। ਕਹਿੰਦੇ ਵੀ ਜਦੋਂ ਤੁਸੀਂ ਖੁਸ਼ ਰਹਿੰਦੇ ਆ, ਹਾਂਜੀ, ਤੇ ਤੁਹਾਡਾ ਜਿਹੜਾ ਬਲੱਡ ਦਾ ਪ੍ਰੈਸ਼ਰ ਆ ਉਹ ਵੀ ਘਟਦਾ, ਤੁਹਾਡੇ ਦਿਲ ਤੇ ਵੀ ਥੋੜਾ ਭਾਰ ਘਟਦਾ, ਹਾਂਜੀ, ਪ੍ਰੈਸ਼ਰ ਘਟਦਾ, ਉਹਦੇ ਨਾਲ ਜਿਹੜੀ ਤੁਹਾਡੀ ਸਿਹਤ ਆ ਹਾਂਜੀ, ਉਹ ਵੀ ਚੰਗੀ ਹੁੰਦੀ ਆ। ਸੋ ਜਿੱਦਾਂ ਆਪਣੇ ਪੰਜਾਬੀ 'ਚ ਕਹਿੰਦੇ ਹੀ ਆ ਵੀ ਕਰ ਭਲਾ ਹੋ ਭਲਾ। ਅਗਰ ਤੁਸੀਂ ਕਿਸੇ ਦਾ ਭਲਾ ਕਰਦੇ ਆ, ਕਿਸੇ ਵੱਲ ਮਦਦ ਦਾ ਹੱਥ ਵਧਾਉਂਦੇ ਆ, ਤੇ ਤੁਹਾਡੀ ਮਦਦ ਵੀ ਜਿਹੜੀ ਹੈਗੀ ਆ ਉਹ ਜ਼ਰੂਰ ਹੁੰਦੀ ਆ। ਇਹਦੇ ਨਾਲੇ ਤੁਹਾਡੇ ਹੋਰ ਦੋਸਤ ਵੀ ਬਣਦੇ ਆ। ਹਾਂਜੀ, ਬਿਲਕੁਲ ਬਿਲਕੁਲ। ਤੇ ਤੁਹਾਡੀ ਇੱਕ ਤਾਂ ਜਿਹੜੀ ਤੁਹਾਡੀ ਆਪਣੀ ਮਾਨਸਿਕ ਸੰਤੁਲਨ ਹੈਗਾ, ਹਾਂਜੀ, ਉਹਦੇ ਵਿੱਚ ਬਿਹਤਰੀ ਹੁੰਦੀ ਆ। ਦੂਸਰੇ ਪਾਸੇ ਤੁਹਾਡੇ ਜਿਹੜੇ ਹੈਗੇ ਆ ਉਹ ਦੋਸਤ ਵੀ ਬਣਦੇ ਆ। ਹਾਂਜੀ, ਤਾਂ ਉਹ ਨਾਲੇ ਨਾਲ ਜਿਸ ਵੇਲੇ ਤੁਸੀਂ ਕਿਤੇ ਜਾ ਕੇ ਕੰਮ ਕਰਦੇ ਆ, ਇਹਦੀ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਕਿ ਜਿੱਥੇ ਵੀ ਤੁਸੀਂ ਵਲੰਟੀਅਰ ਤੌਰ ਤੇ ਕੰਮ ਕਰਨਾ, ਉਸ ਜਗ੍ਹਾ ਦੇ ਤੁਹਾਡੇ ਜਿਹੜੇ ਕਾਇਦੇ ਕਾਨੂੰਨ ਹੁੰਦੇ ਆ, ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਕਿ ਕਿੱਦਾਂ ਉੱਥੇ ਕੰਮ ਕਰਦੇ ਆ, ਜਾਂ ਤੁਸੀਂ ਹੋਰ ਲੋਕਾਂ ਨੂੰ ਵੀ ਕੰਮ ਕਰਦੇ ਦੇਖਦੇ ਆ ਬਾਹਰ, ਹਾਂਜੀ, ਤੇ ਜਿਹੜਾ ਕਿ ਆਮ ਕਰਕੇ ਇਸ ਤਰ੍ਹਾਂ ਦਾ ਹੋ ਸਕਦਾ ਬਾਹਰ ਨਾ ਪਵੇ। ਬਿਲਕੁਲ। ਉਹ ਤੋਂ ਵੀ ਤੁਸੀਂ ਸਿੱਖ ਗਏ ਤਾਂ ਇਹ ਵੀ ਤੁਹਾਡੇ ਕੰਮ ਦੀ ਗੱਲ ਹੋ ਸਕਦੀ ਹੈ। ਹਾਂਜੀ ਬਲਵੀਰ ਜੀ, ਜਿਹੜੀ ਮੈਂ ਗੱਲ ਹੋਰ ਐਡ ਕਰਨ ਲੱਗਾ ਸੀ, ਮੇਰਾ ਆਪਣੇ ਜਾਤੀ ਤਜਰਬੇ ਤੋਂ ਵੀ ਹੈਗਾ ਜੀ, ਕਿ ਜਦੋਂ ਤੁਸੀਂ ਇਦਾਂ ਦੇ ਕੰਮ ਦੇ ਵਿੱਚ ਪੈਂਦੇ ਆ, ਹਾਂਜੀ, ਜਿਵੇਂ ਕੰਮਾਂ ਤੇ ਹੀ ਹੁੰਦਾ, ਇਵੇਂ ਹੀ ਤੁਹਾਡਾ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਮੁਲਕਾਂ ਦੇ, ਵੱਖ-ਵੱਖ ਬੋਲੀਆਂ ਦੇ ਲੋਕਾਂ ਦੇ ਨਾਲ ਵੀ ਤੁਹਾਡਾ ਬਾਹ ਪੈਂਦਾ ਜੀ, ਜਿਨ੍ਹਾਂ ਬਾਰੇ ਕਈ ਵਾਰੀ ਤੁਹਾਡੀ ਜਿਹੜੀ ਧਾਰਨਾ ਬੜੀ ਐਵੇਂ ਬਣੀ ਹੁੰਦੀ ਆ ਜਾਂ ਗਲਤ ਧਾਰਨਾ ਬਣੀ ਹੁੰਦੀ ਆ। ਹਾਂਜੀ, ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ, ਉਹਨਾਂ ਦੇ ਪਹਿਰਾਵੇ ਬਾਰੇ ਪੁੱਛਦੇ ਆ, ਉਹਨਾਂ ਦੇ ਖਾਣ ਪੀਣ ਬਾਰੇ ਪੁੱਛਦੇ ਆ, ਉਹਨਾਂ ਦੇ ਰਹਿਣ ਸਹਿਣ ਬਾਰੇ ਪੁੱਛਦੇ ਆ, ਤਾਂ ਉਹਦੇ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਬਹੁਤ ਮਿਲਦਾ। ਬਿਲਕੁਲ। ਔਰ ਇਹਦੇ ਨਾਲ ਇਹ ਆ ਕਿ ਜਿਹੜਾ ਤੁਹਾਡਾ ਸਮਾਜ ਦੇ ਵਿੱਚ ਸਿਰਫ ਆਪਣੇ ਭਾਈਚਾਰੇ ਦੇ ਵਿੱਚ ਹੀ ਵਾਸਤਾ ਨਹੀਂ ਰਹਿੰਦਾ, ਤੁਹਾਡਾ ਦੂਸਰਿਆਂ ਭਾਈਚਾਰਿਆਂ ਦੇ ਵਿੱਚ ਵੀ ਤੁਹਾਡਾ ਜਿਹੜਾ ਆ ਉਹ ਕੰਟੈਕਟ ਬਣਦੇ ਆ, ਜਿਹੜੇ ਕਿ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਆ। ਚਾਹੇ ਉਹ ਜਿੱਦਾਂ ਅਸੀਂ ਕਹਿੰਦੇ ਵੀ ਤੁਹਾਨੂੰ
ਰੁਪਈਏ ਪੈਸੇ ਵੱਲੋਂ ਜਾਂ ਪੌਂਡਾਂ ਵੱਲੋਂ ਸ਼ਾਇਦ ਤੁਹਾਡੀ ਮਦਦ ਨਾ ਹੋਵੇ, ਪਰ ਜਿਹੜੇ ਤੁਹਾਨੂੰ ਸਕੂਨ ਮਿਲਦਾ, ਹਾਂਜੀ, ਤੁਹਾਨੂੰ ਰਾਹਤ ਮਿਲਦੀ ਆ, ਤੁਹਾਡੀ ਆਪਣੀ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਜਿਹੜਾ ਤੁਹਾਨੂੰ ਉਹਦਾ ਫਾਇਦਾ ਮਿਲਦਾ, ਉਹ ਬਹੁਤ ਜ਼ਿਆਦਾ ਹੈਗਾ। ਬਲਵੀਰ ਜੀ, ਤੁਸੀਂ ਜਿਹੜੀ ਗੱਲ ਕੀਤੀ ਸੀ ਆਪਾਂ, ਤਾਂ ਇਹ ਇੱਕ ਐਗਜ਼ਾਮਪਲ ਹੀ ਲਈ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਹਸਪੀਟਲਾਂ ਵਿੱਚ ਜਾਂਦੇ ਹੈਗੇ ਆ ਜਾਂ ਉੱਥੇ ਉਹ ਵਲੰਟੀਅਰ ਕੰਮ ਕਰਦੇ ਆ। ਹਾਂਜੀ। ਸੋ ਸਾਡੇ ਹੋ ਸਕਦਾ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੋਵੇ ਵੀ ਮੈਨੂੰ ਤਾਂ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ, ਹਾਂਜੀ, ਜਾਂ ਮੈਂ ਡਰਾਈਵ ਨਹੀਂ ਕਰ ਸਕਦਾ, ਜਾਂ ਮੇਰੀ ਜਿਹੜੀ ਹੈਗੀ ਆ ਕੋਈ ਹੋਰ ਸਰੀਰਕ ਅਸਮਰੱਥਾ ਹੈਗੀ ਆ, ਹਾਂਜੀ, ਜਿਹਦੇ ਕਰਕੇ ਮੈਂ ਇਹ ਕੰਮ ਨਹੀਂ ਕਰ ਸਕਦਾ। ਕਿ ਇੱਦਾਂ ਦੀਆਂ ਸਹੂਲਤਾਂ ਵੀ ਹੈਗੀਆਂ ਕਿ ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਜਾਂ ਜਿਨ੍ਹਾਂ ਲੋਕਾਂ ਨੂੰ ਡਰਾਈਵਿੰਗ ਨਹੀਂ ਵੀ ਆਉਂਦੀ, ਉਹ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੇ ਜਿਹੜਾ ਹੈਗਾ ਉਹ ਵੋਲੰਟਰੀ ਕੰਮ ਕਰ ਸਕਦੇ ਹੋਣ? ਹਾਂਜੀ, ਬਿਲਕੁਲ ਨਵਦੀਪ ਜੀ। ਜਿਹੜੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਕੰਮ ਹੈਗੇ ਆ ਜਿੱਥੇ ਤੁਹਾਨੂੰ ਜ਼ਰੂਰੀ ਨਹੀਂ ਕਿ ਵਧੀਆ ਇੰਗਲਿਸ਼ ਆਉਣੇ ਦੀ ਲੋੜ ਹੈਗੀ ਆ। ਹਾਂਜੀ। ਅਤੇ ਜਿਸ ਤਰ੍ਹਾਂ ਹੁਣ ਜੇ ਅਸੀਂ ਇੱਕ ਸਿੰਪਲ ਜਿਹੀ ਗੱਲ ਲੈ ਲਈਏ ਜੀ, ਕਿ ਜੇ ਤੁਹਾਨੂੰ ਕੋਈ ਲੱਗਦਾ, ਜਿਸ ਤਰ੍ਹਾਂ ਕੋਈ ਐਲਡਰਲੀ ਕਪਲ ਹੈਗਾ ਜੀ, ਜਾਂ ਕੋਈ ਐਲਡਰਲੀ ਲੇਡੀ ਹੈਗੀ ਆ, ਜਾਂ ਕੋਈ ਐਲਡਰਲੀ ਮੇਲ ਹੈਗਾ, ਫੀਮੇਲ ਹੈਗਾ। ਹਾਂਜੀ। ਹੁਣ ਜਿਸ ਤਰ੍ਹਾਂ ਵਿੰਟਰ ਹੁੰਦੀ ਆ, ਹੁਣ ਵਿੰਟਰ ਦਾ ਮੌਸਮ ਆ ਰਿਹਾ, ਹੁਣ ਉਹਨਾਂ ਦੇ ਵਿਹੜਿਆਂ ਦੇ ਵਿੱਚ, ਗਾਰਡਨਾਂ ਦੇ ਵਿੱਚ ਪੱਤੇ ਇਕੱਠੇ ਹੋ ਜਾਂਦੇ ਆ। ਤੁਸੀਂ ਇਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਆ। ਬਿਲਕੁਲ। ਉਹਨਾਂ ਦੇ ਪੱਤੇ ਇਕੱਠੇ ਕਰਕੇ ਉਹਨਾਂ ਦੀ ਤੁਸੀਂ ਸਫਾਈ ਕਰਦੇ ਹੋ, ਉਹ ਵੀ ਖੁਸ਼ ਹੋਣਗੇ। ਬਿਲਕੁਲ। ਉਹ ਆਪਣੇ ਜਿਸ ਵੇਲੇ ਜੇ ਕਿਤੇ ਬਾਹਰ ਨਿਕਲਣਗੇ ਤਾਂ ਉੱਥੋਂ ਸਲਿੱਪ ਹੋਣ ਤੋਂ ਹਾਂਜੀ ਉਹ ਬਚ ਸਕਦੇ ਆ। ਉੱਥੇ ਤੁਹਾਨੂੰ ਕਿਸੇ ਲੈਂਗੁਏਜ ਦੀ ਲੋੜ ਨਹੀਂ। ਹੁਣ ਮੰਨ ਲਓ ਕਿਸੇ ਨੂੰ ਕੋਈ ਥੋੜ੍ਹੀ ਬਹੁਤੀ ਗਾਰਡਨਿੰਗ ਦੇ ਵਿੱਚ ਹੈਲਪ ਚਾਹੀਦੀ ਆ, ਉਹ ਵੀ ਤੁਸੀਂ ਕਰ ਸਕਦੇ ਆ। ਹਾਂਜੀ। ਨਾਲ ਨਵਦੀਪ ਜੀ, ਹੁਣ ਕਈ ਜਿਹੜੇ ਬਹੁਤ ਸਾਰੇ ਐਲਡਰਲੀ ਕਪਲਸ ਹੁੰਦੇ ਆ ਜੀ, ਜਾਂ ਬਹੁਤ ਸਾਰੇ ਜਿਹੜੇ ਬੰਦੇ ਹੁੰਦੇ ਆ ਉਹ ਆਪ ਕਿਸੇ ਵੀ ਵਜ੍ਹਾ ਦੇ ਕਰਕੇ ਬਾਹਰ ਸ਼ਾਪਿੰਗ ਨਹੀਂ ਕਰ ਜਾ ਸਕਦੇ। ਹਾਂਜੀ। ਤੇ ਤੁਸੀਂ ਉਹਨਾਂ ਦੇ ਵਿੱਚ ਵੀ ਮਦਦ ਕੀਤੀ ਜਾ ਸਕਦੀ ਆ। ਬਿਲਕੁਲ। ਤੇ ਜਾਂ ਕੋਈ ਜੇ ਕਿਸੇ ਨੂੰ ਬੇਬੀ ਸਿਟਿੰਗ ਦੇ ਵਿੱਚ ਜ਼ਰੂਰਤ ਹੋਵੇ, ਹਾਂਜੀ, ਤੇ ਬੇਸ਼ੱਕ ਉੱਥੇ ਤੁਹਾਨੂੰ ਇੱਕ ਦੂਜੇ ਦੇ ਉੱਤੇ ਟਰਸਟ ਹੋਣਾ ਚਾਹੀਦਾ ਜਾਂ ਜਾਣ ਪਛਾਣ ਹੋਣੀ ਚਾਹੀਦੀ ਆ ਜੀ। ਤੇ ਜਾਂ ਕਿਸੇ ਦੇ ਨਾਲ ਰਜਿਸਟਰ ਹੋ ਕੇ ਤੁਸੀਂ ਸੰਸਥਾ ਦੇ ਨਾਲ, ਹਾਂਜੀ, ਤੇ ਉਹ ਆਪਣੇ ਜਿਹੜੇ ਚੈੱਕਅਪਸ ਵਗੈਰਾ ਕਰਨੇ ਹੁੰਦੇ ਆ ਉਹ ਕਰਨਗੇ ਜੀ। ਤੇ ਜਾਂ ਜਿਹੜੇ ਹੈਗੇ ਆ ਉਹ ਤੁਹਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਪਵੇ, ਹਾਂਜੀ, ਤਾਂ ਉੱਥੇ ਲੋੜ ਪਵੇ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਵੋਲੰਟਰੀ ਕੰਮ ਹੈਗੇ ਜਿਹੜੇ ਅਸੀਂ ਕਰ ਸਕਦੇ ਹਾਂ। ਹਾਂਜੀ। ਤਾਂ ਜਿੱਥੇ ਕਿ ਜ਼ਰੂਰੀ ਨਹੀਂ ਹੈਗਾ, ਪਰ ਨਾਲ ਹੀ ਗੱਲ ਇਹ ਵੀ ਹੈਗੀ ਹੈ ਕਿ ਜੇ ਕਿਸੇ ਬੰਦੇ ਦੇ ਕੋਲ ਕੋਈ ਸਕਿੱਲ ਹੈਗਾ, ਕੋਈ ਕਿੱਤਾ ਹੈਗਾ, ਕਿ ਉਹ ਬੰਦੇ ਨੂੰ ਉਹ ਕੰਮਕਾਰ ਆਉਂਦਾ ਹੈਗਾ। ਬਿਲਕੁਲ। ਤੇ ਬਹੁਤ ਸਾਰੀਆਂ ਸਿੰਪਲ ਜੋਬਾਂ ਹੁੰਦੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, ਕੋਈ ਐਲਡਰਲੀ ਕਪਲ ਹੈਗਾ, ਉਹਨਾਂ ਦੀ ਕੋਈ ਚੀਜ਼ ਖਰਾਬ ਹੋਈ ਹੋਆ, ਤੇ ਜਾਂ ਉਹ ਸ਼ਾਪ ਨੂੰ ਲੈ ਕੇ ਜਾਣਾ, ਤੇ ਜਾਂ ਉਹ ਆਪ ਠੀਕ ਕਰਨੀ ਜੀ। ਤੇ ਉੱਥੇ ਜ਼ਰੂਰੀ ਨਹੀਂ ਕਿ ਤੁਹਾਨੂੰ ਉਹਦੇ ਵਿੱਚ ਭਾਸ਼ਾ ਦੀ ਲੋੜ ਹੈਗੀ ਹੋਵੇ। ਹਾਂਜੀ, ਹਾਂਜੀ। ਹਾਂ ਬਲਵੀਰ ਜੀ, ਮੈਂ ਅਸਲ 'ਚ ਜਿਹੜਾ ਦਿਮਾਗ ਸਾਡਾ ਟੌਪਿਕ ਦਾ ਵੀ ਸੀਗਾ ਨਾ ਜੀ, ਉਹ ਜਿਹੜੀ ਆਈਡੀਆ ਵੀ ਇੱਥੋਂ ਹੀ ਆਇਆ। ਇਹ ਮੇਰੀ ਆਪਣੀ ਇਨਸੀਡੈਂਟ ਹੈਗਾ ਜਿਹੜਾ ਮੇਰੇ ਨਾਲ ਹੋਇਆ, ਮੈਂ ਉਹ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੂੰਗਾ, ਕਿਉਂਕਿ ਮੇਰਾ ਖਿਆਲ ਇਹ ਬਹੁਤ ਮੇਰੇ ਲਈ ਬਹੁਤ ਸਿੱਖਣ ਵਾਲੀ ਗੱਲ ਸੀ ਇਹ ਜੀ। ਮੇਰੇ ਇੱਕ ਭੂਆ ਜੀ ਲੱਗਦੇ ਆ, ਮੇਰੇ ਸਕੇ ਭੂਆ ਜੀ ਤਾਂ ਨਹੀਂ ਹੈਗੇ, ਹਾਂਜੀ, ਪਰ ਸਾਡੇ ਸ਼ਹਿਰ ਤੋਂ ਹੀ ਆ ਉਹ ਜੀ। ਇੱਕ ਦਿਨ ਉਹ ਮੈਂ ਸਵੇਰੇ 10 ਵਜੇ ਦੀ ਗੱਲ ਆ, ਬਾਹਰ ਤੁਰਿਆ ਆਉਂਦਾ ਸੀ ਤਾਂ ਉਹ ਮੈਨੂੰ ਮੋਹਰੇ ਨਾਲ ਟੱਕਰ ਪਿਆ। ਮੈਨੂੰ ਕਹਿੰਦੇ, ਤੂੰ ਕਿੱਧਰ ਨੂੰ ਚੱਲਿਆ, ਕੰਮ ਤੇ ਨਹੀਂ ਗਿਆ ਜੀ? ਮੈਂ ਕਿਹਾ ਨਹੀਂ ਭੂਆ ਜੀ, ਵੀ ਅੱਜ ਮੈਨੂੰ ਛੁੱਟੀ ਸੀਗੀ, ਹਾਂਜੀ, ਮੈਂ ਆਪਣੇ ਛੋਟੇ ਮੋਟੇ ਕੰਮ ਕਰਕੇ ਆਇਆ ਜੀ। ਤੇ ਮੈਂ ਵੀ ਹੱਸ ਰਿਹਾ ਕਿਹਾ, ਮੈਂ ਕਿਹਾ ਭੂਆ ਜੀ ਅੱਜ ਫਿਰ ਤੁਸੀਂ ਕਿੱਧਰ ਨੂੰ ਧਾਵਾ ਬੋਲਣ ਲੱਗੇ ਆ? ਹਾਂਜੀ। ਉਹ ਕਹਿੰਦੇ ਵੀ ਪੁੱਤ ਮੈਂ ਤਾਂ ਸਾਡੇ ਨਾ ਉੱਥੇ ਇੱਕ ਏਰੀਆ ਹੈਗਾ ਸਾਡੇ ਸ਼ਹਿਰ ਦੇ ਵਿੱਚ ਜਿੱਥੇ ਉਹ ਕਾਫੀ ਜਿਹੜੇ ਹੈਗੇ ਆ ਉਹ ਨਰਸਿੰਗ ਹੋਮ ਵਗੈਰਾ ਜਾਂ ਐਲਡਰਲੀ ਪੀਪਲ ਦੇ ਹੋਮਸ ਹੈਗੇ ਆ ਜੀ। ਕਹਿੰਦੇ ਵੀ ਮੈਂ ਤਾਂ ਉੱਥੇ ਚੱਲੀ ਆ। ਤੇ ਮੈਂ ਕਿਹਾ ਵੀ ਹੁਣ ਤੁਸੀਂ ਘਰ ਨਹੀਂ ਰਹਿੰਦੇ? ਕਹਿੰਦੇ ਨਾ 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 ਨਹੀਂ ਪੁੱਤ, ਇੱਦਾਂ ਨਹੀਂ ਜੀ, ਰਹਿੰਦੀ ਤਾਂ ਮੈਂ ਘਰੇ ਹੀ ਆ, ਹਾਂਜੀ, ਪਰ ਮੈਂ ਤਾਂ ਉੱਥੇ ਉਹਨਾਂ ਨੂੰ ਚਾਹ ਪਾਣੀ ਵਰਤਾਉਣ ਜਾਂਦੀ ਆ ਜੀ। ਜੀ। ਅੱਛਾ ਜੀ। ਮੇਰੀਆਂ ਤਾਂ ਸਾਰੀਆਂ ਜਿਹੜੀਆਂ ਧਿਆਨ ਸੀਗਾ ਉਹ ਭੂਆ ਵੱਲ ਹੋ ਗਿਆ, ਹਾਂਜੀ, ਕਰਕੇ ਇੱਕ ਤਾਂ ਉਹਨਾਂ ਦੀ ਜਿਹੜੀ ਉਮਰ ਆ ਉਹ ਤਕਰੀਬਨ 80 ਹੋਊਗੀ, 80 ਤੋਂ ਜ਼ਿਆਦਾ ਹੋਊਗੀ, ਸ਼ਾਇਦ ਹੀ 80 ਤੋਂ ਘੱਟ ਹੋਵੇ, ਹਾਂਜੀ। ਫਿਰ ਉਹਨਾਂ ਨੂੰ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਹਾਂਜੀ। ਤੇ ਫਿਰ ਮੈਂ ਉਹਨਾਂ ਨੂੰ ਹੱਸਦਿਆਂ ਕਿਹਾ, ਮੈਂ ਕਿਹਾ ਭੂਆ ਜੀ ਫਿਰ ਤੁਸੀਂ ਜਦੋਂ ਗੋਰੀਆਂ ਤੁਹਾਡੇ ਕੋਲੋਂ ਚਾਹ ਮੰਗਦੀਆਂ, ਹਾਂਜੀ, ਫਿਰ ਤੁਹਾਨੂੰ ਪਤਾ ਲੱਗ ਜਾਂਦਾ? ਬਿਲਕੁਲ। ਕਹਿੰਦੇ ਪੁੱਤ ਇਹਦੇ 'ਚ ਪਤਾ ਲੱਗਣ ਵਾਲੀ ਕਿਹੜੀ ਗੱਲ ਹੈ, ਆਪਾਂ ਮਨੁੱਖ ਤਾਂ ਮਨੁੱਖ ਹੀ ਆ, ਹਾਂਜੀ। ਉਹ ਕਹਿੰਦੇ ਮੇਰੇ ਕੋਲ 2 ਡੋਣੀਆਂ ਪਈਆਂ ਹੁੰਦੀਆਂ, ਉਹਦੇ ਵੱਲ ਉਂਗਲੀ ਕਰ ਦਿੰਦੀਆਂ, ਮੈਂ ਉਹ ਕੱਪ ਭਰ ਕੇ ਉਹਨਾਂ ਨੂੰ ਦੇ ਦਿੰਦੀ ਹਾਂ, ਹਾਂਜੀ। ਉਹ ਇਸ ਗੱਲ ਨੇ ਬਲਵੀਰ ਜੀ ਮੈਨੂੰ ਬੜਾ ਟੁੰਬਿਆ, ਹਾਂਜੀ, ਕਿ ਇੱਕ ਜਿਹੜੇ 80 ਸਾਲ ਦੇ ਲੇਡੀ ਹੈਗੀ ਆ, ਉਹਨਾਂ ਨੂੰ ਬਹੁਤੀ ਅੰਗਰੇਜ਼ੀ ਵੀ ਨਹੀਂ ਆਉਂਦੀ ਹੈਗੀ,
ਤੇ ਉਹਨਾਂ ਨੂੰ ਡਰਾਈਵਿੰਗ ਵੀ ਨਹੀਂ ਆਉਂਦੀ ਹੈਗੀ, ਹਾਂਜੀ। ਔਰ ਉਹਨਾਂ ਨੇ ਫਿਰ ਵੀ ਕਿਸੇ ਨੂੰ ਕਿਸੇ ਤਰ੍ਹਾਂ ਜਿਹੜਾ ਹੈਗਾ ਉਹ ਲੱਭ ਲਿਆ। ਜੀ। ਸੋ ਮੇਰੇ ਮਨ ਦੇ ਵਿੱਚ ਜਿਹੜੀ ਥੋੜ੍ਹੀ ਜਗਿਆਸਾ ਉਹ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ। ਮੈਂ ਕਿਹਾ ਭੂਆ ਜੀ ਤੁਸੀਂ ਇੱਧਰ ਨੂੰ ਕਿੱਦਾਂ ਹੋ ਗਏ? ਹਾਂਜੀ। ਉਹ ਕਹਿੰਦੇ ਪੁੱਤ ਮੈਂ ਕਿਸੇ ਨੂੰ ਦੇਖਣ ਗਈ ਸੀ, ਕਿਸੇ ਦੇ ਨਾਲ, ਕਿਸੇ ਨੂੰ ਉੱਥੇ ਕੋਈ ਬੰਦਾ ਸੀਗਾ ਉਹਨਾਂ ਦੇ ਜਾਣ ਪਛਾਣ ਵਾਲਾ, ਹਾਂਜੀ। ਉਹਨਾਂ ਨੂੰ ਦੇਖਣ ਗਈ ਸੀ। ਤੇ ਉੱਥੇ ਇੱਕ ਹੋਰ ਜਿਹੜੀ ਅੰਗਰੇਜ਼ ਔਰਤ ਸੀਗੀ ਉਹ ਚਾਹ ਪਾਣੀ ਵਰਤਾਉਂਦੀ ਸੀ ਜੀ। ਤੇ ਕਹਿੰਦੀ ਮੈਂ ਜਿਹਦੇ ਨਾਲ ਗਈ ਸੀ ਮੈਂ ਉਹਨੂੰ ਪੁੱਛਿਆ ਵੀ ਇਹ ਇਸ ਉਮਰ 'ਚ ਵੀ ਕੰਮ ਕਰੀ ਜਾਂਦੀ ਆ? ਹਾਂਜੀ। ਉਹ ਕਹਿੰਦੀ ਨਹੀਂ ਭੂਆ ਜੀ ਵੀ ਇਹ ਕੰਮ ਨਹੀਂ ਕਰਦੀ ਹੈਗੀ, ਇਹ 2-3 ਘੰਟੇ ਆਉਂਦੀ ਆ ਤੇ ਸਵੇਰ ਨੂੰ ਸਾਰਿਆਂ ਨੂੰ ਜੀ। ਚਾਹ ਪਾਣੀ ਵਰਤਾ ਕੇ ਜਾਂਦੀ ਆ। ਵਾਹ। ਤੇ ਉਹ ਕਹਿੰਦੇ ਵੀ ਮੇਰੇ ਮਨ 'ਚ ਵੀ ਆਇਆ ਵੀ ਜੇ ਇਹ ਕਰ ਸਕਦੀ ਆ ਤਾਂ ਮੈਂ ਕਾਹਤੇ ਨਹੀਂ ਕਰ ਸਕਦੀ। ਬਿਲਕੁਲ। ਸੋ ਉਹਨਾਂ ਨੇ ਉਹ ਕੰਮ ਜਿਹੜਾ ਸੀਗਾ ਉੱਥੇ ਗੱਲਬਾਤ ਕੀਤੀ, ਉਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਸਮਝਾ ਦਿੱਤਾ। ਹਾਂਜੀ। ਤੇ ਹੁਣ ਉਹ 2-3 ਘੰਟੇ ਜਾਂਦੇ ਆ ਹਫ਼ਤੇ ਦੇ ਵਿੱਚ, ਉਹ 2 ਦਿਨ ਤਾਂ ਉਹਨਾਂ ਦੇ ਪੱਕਾ ਹੀ ਆ, ਪਰ ਜੇ ਵੱਧ ਘੱਟ ਵੀ ਹੋਵੇ ਤਾਂ ਉਹ ਜਿਹੜਾ ਨਰਸਿੰਗ ਹੋਮ ਹੈਗਾ ਆ ਤੇ ਉਹ ਉਹਨਾਂ ਨੂੰ ਆਪਣੀ ਲੋੜ ਦੇ ਮੁਤਾਬਕ ਹਾਂਜੀ ਜਿਹੜਾ ਉਹ ਬਣਾ ਲੈਂਦਾ। ਸੋ ਮੈਨੂੰ ਜਿਹੜੀ ਇੱਕ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਹਾਂਜੀ ਕਿ ਜਿਹੜੇ ਭੂਆ ਜੀ ਹੈਗੇ ਆ ਵੀ ਉਹ ਜ਼ਿਆਦਾਤਰ ਆਪਣੇ ਧਾਰਮਿਕ ਸਥਾਨ 'ਚ ਜਾਣ ਵਾਲੇ ਸੀਗੇ, ਪਾਠ ਪੂਜਾ ਕਰਨ ਵਾਲੇ ਆ, ਹਾਂਜੀ ਵੀ ਉਹ ਇੱਧਰ ਨੂੰ ਵੀ ਧਿਆਨ ਦੇਣਗੇ। ਬਿਲਕੁਲ। ਔਰ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਗੱਲ ਨੇ ਜਿਹਨੇ ਮੈਨੂੰ ਕੀਤਾ ਪ੍ਰਭਾਵਿਤ ਉਹਨਾਂ ਦੀ ਭੂਆ ਜੀ ਨੇ, ਉਹਨਾਂ ਦਾ ਇਹੀ ਸੀ, ਉਹ ਕਹਿੰਦੇ ਪੁੱਤ ਮੈਂ ਹੁਣ ਚੁਗਲੀਆਂ ਤੋਂ ਵੀ ਬਚੀ ਆ। ਜੀ ਬਿਲਕੁਲ। ਉਹ ਕਹਿੰਦੇ ਵੀ ਜਦੋਂ ਕਿਤੇ ਬੈਠੀ ਦਾ ਉੱਠੀ ਦਾ ਇਹੀ ਹੁੰਦਾ ਵੀ ਫਲਾਣੇ ਦੇ ਘਰ ਚਾਹ ਹੋ ਗਿਆ, ਫਲਾਣੇ ਦੇ ਘਰ ਚਾਹ ਹੋ ਗਿਆ। ਉਹ ਕਹਿੰਦੇ ਹੁਣ ਇੱਥੇ ਜਾਂਦੇ ਆ, ਉਹ ਹੱਸ ਕੇ ਮੈਨੂੰ ਬੁਲਾਉਂਦੀ ਆ, ਮੈਂ ਹੱਸ ਕੇ ਉਹਨਾਂ ਨੂੰ ਬੁਲਾਉਂਦੀ ਆ, ਮੇਰਾ ਟਾਈਮ ਬਹੁਤ ਸੋਹਣਾ ਜਿਹੜਾ ਹੈਗਾ ਉਹ ਪਾਸ ਹੋ ਰਿਹਾ। ਨਵਦੀਪ ਜੀ ਬਹੁਤ ਜ਼ਰੂਰੀ ਹੈ ਜੀ। ਹਾਂਜੀ। ਕਿਉਂਕਿ ਜਿਸ ਵੇਲੇ ਫਿਰ ਜਿਹੜਾ ਵਿਹਲਾ ਜਾਂ ਸ਼ੈਤਾਨ ਮਾਈਂਡ ਹੁੰਦਾ, ਬਿਲਕੁਲ, ਉਹ ਫਿਰ ਉਹ ਇਸ ਤਰ੍ਹਾਂ ਦੇ ਕੰਮ ਹੁੰਦੇ ਆ। ਜੇ ਮੈਂ ਇਹਦੇ ਨਾਲ ਥੋੜ੍ਹਾ ਜਿਹਾ ਇਹ ਐਡ ਕਰਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬਹੁਤ ਸਾਰੇ ਲੋਕੀ ਹੈਗੇ ਉਹ ਰਿਲੈਕਟੈਂਟ ਹੁੰਦੇ ਆ ਜੀ, ਉਹ ਇਹਦੇ ਬਾਰੇ ਬਿਲਕੁਲ ਉਹ ਸੋਚਦੇ ਨਹੀਂ ਹੈਗੇ। ਹਾਂਜੀ। ਲੇਕਿਨ ਜੇ ਅਸੀਂ ਜਿਸ ਤਰ੍ਹਾਂ ਧਿਆਨ ਦਈਏ, ਜਿਸ ਵੇਲੇ ਅਸੀਂ ਬਾਹਰ ਸ਼ਾਪਿੰਗ ਕਰਨ ਵੀ ਜਾਂਦੇ ਹਾਂ, ਕਈ ਵਾਰੀ ਇਸ ਤਰ੍ਹਾਂ ਹੁੰਦੀ ਆ ਕਿ ਕੋਈ ਆਪਣੇ ਬੈਗ ਚੁੱਕ ਕੇ ਕਾਰ ਦੇ ਵਿੱਚ ਨਹੀਂ ਰੱਖ ਸਕਦਾ। ਹਾਂਜੀ ਹਾਂਜੀ, ਬਿਲਕੁਲ। ਤੇ ਆਪਣੇ ਬੈਗ ਵਗੈਰਾ ਕੈਰੀ ਨਹੀਂ ਕਰ ਸਕਦਾ। ਹਾਂਜੀ। ਤੇ ਜਾਂ ਕਿਸੇ ਨੂੰ ਕੋਈ ਤੁਰਨੇ ਦੇ ਵਿੱਚ ਦਿੱਕਤ ਆਉਂਦੀ ਆ। ਹੁਣ ਮੰਨ ਲਓ ਕਈ ਵਾਰੀ ਜਿਸ ਤਰ੍ਹਾਂ ਕਹਿ ਲਓ ਕਿ ਕਈ ਮਾਵਾਂ ਹੁੰਦੀਆਂ, ਉਹਨਾਂ ਦੇ ਕੋਲ ਪ੍ਰਮ ਹੁੰਦਾ, ਬਿਲਕੁਲ, ਕਈ ਵਾਰੀ 2-4 ਪੌਡੇ ਹੁੰਦੇ ਆ, ਹਾਂਜੀ, ਉਹ ਪੌਡੇ ਉਹ ਉੱਤਰ ਚੜ੍ਹ ਨਹੀਂ ਸਕਦੇ, ਤੇ ਤੁਸੀਂ ਇਹ ਵੀ ਮਦਦ ਕਰ ਸਕਦੇ ਆ। ਬਿਲਕੁਲ, ਕਿ ਉੱਥੇ ਨਾ ਤਾਂ ਕੁਝ ਬੋਲਣ ਦੀ ਜ਼ਰੂਰਤ ਹੈ, ਨਾ ਕੁਝ ਪੁੱਛਣ ਦੱਸਣ ਦੀ ਜ਼ਰੂਰਤ ਹੈ। ਤੁਸੀਂ ਬੰਦਾ ਆਪ ਦੇਖਦਾ ਕਿ ਇਸੇ ਇੱਕ ਮਾਂ ਨੂੰ ਮਦਦ ਦੀ ਜ਼ਰੂਰਤ ਹੈਗੀ, ਮੈਂ ਇਹਦੀ ਮਦਦ ਕਰ ਦੇਵਾਂ ਜੀ। ਇਹਦੇ ਨਾਲ ਤੁਹਾਡੇ ਜਿਹੜੇ ਹੈਗੇ ਆ ਹੋਰ ਸਮਾਜਾਂ ਦੇ ਪ੍ਰਤੀ ਇੱਕ ਵਧੀਆ ਨਜ਼ਰੀਆ ਬਣਦਾ। ਹਾਂਜੀ। ਹੁਣ ਮੈਂ ਇਹ ਵੀ ਦੇਖਿਆ ਜਿਸ ਵੇਲੇ ਕਈ ਵਾਰੀ ਹੋਰ ਮੁਲਕਾਂ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਕਈਆਂ ਨੂੰ ਰਾਹ ਪੁੱਛੋ, ਉਹ ਅਗਲੇ ਰਾਹ ਦੱਸਣ ਤੋਂ ਵੀ ਕਤਰਾਉਂਦੇ ਆ ਜੀ। ਉਹਦੇ ਵਿੱਚ ਵੀ ਉਹ ਦਿੱਕਤ ਸਮਝਦੇ ਆ। ਹਾਂਜੀ। ਤੇ ਉਹ ਕਈ ਜਿਹੜੇ ਬੰਦੇ ਹੁੰਦੇ ਆ ਉਹ ਕਹਿੰਦੇ ਚੱਲ ਮੈਂ ਤੇਰੇ ਨਾਲ ਚੱਲਦਾ, ਤੁਹਾਨੂੰ ਉੱਥੇ ਛੱਡ ਕੇ ਆ ਜਾਣਾ। ਦੇਖੋ ਵੀ ਇਹ ਕਰਨੇ ਦੇ ਵਿੱਚ ਕਿੰਨਾ ਫਰਕ ਪੈਂਦਾ ਤੇ ਤੁਹਾਨੂੰ ਕਿੰਨਾ ਅੱਛਾ ਵਧੀਆ ਮਹਿਸੂਸ ਹੁੰਦਾ। ਬਿਲਕੁਲ ਬਿਲਕੁਲ। ਚਲੋ ਜਿਹੜੀ ਆ ਮੈਂ ਤੁਹਾਡੇ ਨਾਲ ਉਦਾਹਰਨ ਆਪਣੀ ਸਾਂਝੀ ਕੀਤੀ ਆ ਜੀ, ਉਹਦੇ ਵਿੱਚ ਤਾਂ ਚਲੋ ਉਹਨਾਂ ਦਾ ਸਬੱਬ ਬਣ ਗਿਆ। ਹਾਂਜੀ। ਕਿ ਉਹਨਾਂ ਨੇ ਥੋੜ੍ਹਾ ਜਿਹਾ ਹੌਸਲਾ ਕੀਤਾ ਔਰ ਹੌਸਲਾ ਕਰਕੇ ਉਹ ਹੋ ਗਏ ਜੀ। ਪਰ ਜੇ ਜਿਹੜੇ ਸਾਡੇ ਦਰਸ਼ਕ ਆ ਉਹ ਇੱਧਰ ਨੂੰ ਤੁਰਨਾ ਚਾਹਣ, ਹਾਂਜੀ, ਉਹ ਵੋਲੰਟਰੀ ਕੰਮ ਕਰਨਾ ਚਾਹਣ, ਹਾਂਜੀ, ਤੇ ਉਹ ਗੱਲ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਆ? ਉਹ ਕਿਹਦੇ ਨਾਲ ਪਹਿਲਾਂ ਰਾਬਤਾ ਕਰਨ? ਹਾਂਜੀ। ਜਿਵੇਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਇੱਦਾਂ ਦੀਆਂ ਬਣੀਆਂ ਆ ਜਿਨ੍ਹਾਂ ਦਾ ਕੰਮ ਹੀ ਇਹੀ ਹੈਗਾ ਕਿ ਉਹਨਾਂ ਕੋਲ ਤੁਸੀਂ ਜਾਓ, ਉਹ ਤੁਹਾਡਾ ਨਾਮ ਪਤਾ ਸਾਰਾ ਕੁਝ ਰਜਿਸਟਰ ਕਰ ਲੈਂਦੇ ਆ। ਹਾਂਜੀ। ਤੇ ਰਜਿਸਟਰ ਕਰਨ ਤੋਂ ਬਾਅਦ ਫਿਰ ਜਿਨ੍ਹਾਂ ਸੰਸਥਾਵਾਂ ਨੂੰ ਵਲੰਟੀਅਰਸ ਦੀ ਲੋੜ ਹੁੰਦੀ ਆ, ਹਾਂਜੀ, ਉਹ ਜਿਹੜੀਆਂ ਤੁਹਾਡੇ ਕੋਲ ਜਿੱਦਾਂ ਦੀਆਂ ਵੀ ਸਕਿੱਲਸ ਹੁੰਦੀਆਂ, ਜਿੱਦਾਂ ਦਾ ਵੀ ਤੁਸੀਂ ਕੰਮ ਕਰ ਸਕਦੇ ਆ ਜਾਂ ਜਿੱਦਾਂ ਦਾ ਵੀ ਤੁਸੀਂ ਕਰਨਾ ਚਾਹੁੰਦੇ ਆ, ਉਹਦੇ ਹਿਸਾਬ ਦੇ ਨਾਲ ਉਹ ਤੁਹਾਡਾ ਉਹਨਾਂ ਦੇ ਨਾਲ ਮੈਚ ਕਰ ਦਿੰਦੇ ਆ। ਹਾਂਜੀ। ਸੋ ਅਗਰ ਇਹ ਇਨਫੋਰਮੇਸ਼ਨ ਲੱਭਣੀ ਹੋਵੇ ਤੇ ਇਹ ਕਿੱਥੋਂ ਸੌਖਿਆਂ ਤੌਰ ਤੇ ਜਿਹੜੀ ਹੈਗੀ ਆ ਲੱਭੀ ਜਾ ਸਕਦੀ ਆ, ਜਾਂ ਜਿਹੜੀ ਇਹ ਕਹੋ ਵੀ ਇਸ ਤੰਦ ਦਾ ਜਿਹੜਾ ਸਿਰਾ ਆ ਉਹ ਕਿੱਦਾਂ ਫੜਿਆ ਜਾਵੇ? ਹਾਂਜੀ। ਇਹਦੇ ਵਿੱਚ 2 ਗੱਲਾਂ ਨਵਦੀਪ ਜੀ। ਇੱਕ ਤਾਂ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ, ਹਾਂਜੀ, ਹੁਣ ਜੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੋਵੇ ਜੀ ਤੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਜਿਹੜਾ ਬੰਦਾ ਹੈਗਾ ਮਦਦ ਕਰਨ ਲਈ ਤਿਆਰ ਆ, ਹਾਂਜੀ, ਤੇ ਫਿਰ ਉਹ ਤੁਹਾਡੇ ਨੂੰ ਪਹੁੰਚ ਕਰ ਸਕਦੇ ਆ ਜੀ ਤੁਹਾਡੇ ਕੋਲ। ਜਿਸ ਤਰ੍ਹਾਂ ਮੰਨ ਲਓ ਕਿਸੇ ਨੇ ਪੱਤੇ ਸਾਫ਼ ਕਰਵਾਉਣੇ ਹੋਣ, ਹਾਂਜੀ, ਜਾਂ ਕਿਸੇ ਨੇ ਹਸਪੀਟਲ ਜਾਣਾ ਹੋਵੇ, ਉਹਨੂੰ ਟਰਾਂਸਪੋਰਟ ਦੀ ਜ਼ਰੂਰਤ ਹੋਵੇ ਜੀ, ਤੇ ਜਾਂ ਕਿਸੇ ਨੂੰ ਹੋਰ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਕਈ ਫੈਮਲੀਜ਼ ਘਰ, ਕਈ ਕਪਲਸ ਜਾਂ ਬੰਦੇ ਘਰ ਇਕੱਲੇ ਲੋਨਲੀ ਹੁੰਦੇ ਆ ਜੀ, ਤਾਂ ਉਹਨਾਂ ਨੂੰ ਨਾਲ ਜਿਹੜੇ ਹੈਗੀ ਆ ਉਹ ਥੋੜ੍ਹਾ ਬਹੁਤੇ 5-10 ਮਿੰਟ, ਘੰਟਾ 2 ਘੰਟੇ ਗੱਲਬਾਤ ਕਰਨ ਦੀ ਉਹ ਸਾਥ ਦੀ ਜ਼ਰੂਰਤ ਹੁੰਦੀ ਹੈ। ਬਿਲਕੁਲ ਬਿਲਕੁਲ। ਸੋ ਇਹਦੇ ਵਾਸਤੇ ਤੁਹਾਨੂੰ ਕੋਈ ਖਾਸ ਸਕਿੱਲ ਨਹੀਂ ਚਾਹੀਦੇ ਜੀ। ਹਾਂਜੀ। ਤੇ ਫਿਰ ਤੁਸੀਂ ਦੱਸੋਗੇ ਦੂਸਰਿਆਂ ਨੂੰ ਕਿ ਮੇਰੇ ਕੋਲ ਸਮਾਂ ਹੈਗਾ, ਮੈਂ ਇਹ ਮਦਦ ਕਰ ਸਕਦਾ, ਹਾਂਜੀ, ਤੇ ਉਹ ਤੁਹਾਨੂੰ ਫਿਰ ਅਪਰੋਚ ਕਰ ਸਕਦੇ ਆ ਜੀ।
ਤੇ ਤੁਹਾਨੂੰ ਕਹਿ ਸਕਦੇ ਵੀ ਠੀਕ ਹੈ ਜੀ ਵੀ ਜੇ ਤੁਸੀਂ ਆ ਕਰ ਸਕਦੇ ਮੇਰੇ ਲਈ ਆ ਜਿਹੜਾ ਕੰਮ ਉਹ ਦੂਸਰਾ ਕਰ ਦਿਓ। ਠੀਕ ਆ। ਤੇ ਦੂਸਰੇ ਪਾਸੇ ਪਹਿਲੀ ਤਾਂ ਗੱਲ ਇਹ ਹੈਗੀ ਕਿ ਜਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਬਹੁਤ ਸਾਰੀਆਂ ਉੱਦਾਂ ਤਾਂ ਲਾਇਬ੍ਰੇਰੀਆਂ ਬੰਦ ਵੀ ਹੋ ਗਈਆਂ। ਹਾਂਜੀ। ਤੇ ਜੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਦੱਸੋ ਕਿ ਮੈਂ ਵੋਲੰਟਰੀ ਕੰਮ ਦੇ ਲਈ ਲੱਭ ਰਿਹਾ, ਹਾਂਜੀ, ਉਹ ਵੀ ਤੁਹਾਨੂੰ ਗਾਈਡ ਕਰ ਸਕਦੇ ਆ ਬਿਲਕੁਲ ਕਿ ਤੁਸੀਂ ਜੇ ਵੋਲੰਟਰੀ ਕੰਮ ਕਰਨਾ ਤਾਂ ਕਿਹੜੀਆਂ ਸੰਸਥਾਵਾਂ ਨੂੰ ਤੁਸੀਂ ਕੰਟੈਕਟ ਕਰੋ। ਤੇ ਦੂਸਰਾ ਤੁਸੀਂ ਜੇ ਆਪਣੇ ਜਿਹੜੇ ਕਾਉਂਸਲ ਹਾਊਸ ਹੈਗੇ ਆ, ਹਾਂਜੀ, ਤੇ ਉੱਥੇ ਵੀ ਜਾ ਕੇ ਉਹ ਤੁਹਾਨੂੰ ਡਾਇਰੈਕਟ ਕਰ ਸਕਦੇ ਆ, ਹਾਂਜੀ, ਕਿ ਤੁਸੀਂ ਕਿੱਦਾਂ ਦੀ ਜਿਹੜੀ ਹੈਗੀ ਵੋਲੰਟਰੀ ਸਰਵਿਸ ਕਰਨਾ ਚਾਹੁੰਦੇ ਆ। ਠੀਕ ਆ। ਤਾਂ ਉਹ ਵੀ ਤੁਹਾਨੂੰ ਉਧਰਲੇ ਪਾਸੇ ਨੂੰ ਤੋਰ ਸਕਦੇ ਆ ਜੀ। ਤੇ ਦੂਜੇ ਪਾਸੇ ਜੇ ਘਰ ਦੇ ਵਿੱਚ ਜਾਂ ਬੱਚੇ ਜਾਂ ਹੋਰ ਕੋਈ ਯਾਰ ਦੋਸਤ ਇੰਟਰਨੈਟ ਜਿਹੜੇ ਹੈਗੇ ਆ ਉਹ ਵਰਤ ਸਕਦੇ ਆ, ਤਾਂ ਇੰਟਰਨੈਟ ਦੇ ਉੱਤੇ ਬਹੁਤ ਸਾਰੀ ਜਾਣਕਾਰੀ ਹੈਗੀ ਹੈ ਕਿ ਕਿਹੜੀਆਂ ਸੰਸਥਾਵਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਜੀ। ਤੇ ਜਿਨ੍ਹਾਂ ਨੂੰ ਵੋਲੰਟੀਅਰਾਂ ਦੀ ਲੋੜ ਹੁੰਦੀ ਆ ਤਾਂ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਆ ਜੀ। ਤੇ ਉੱਥੋਂ ਫਿਰ ਤੁਸੀਂ ਇਹ ਪਤਾ ਲਾ ਸਕਦੇ ਆ ਅਸੀਂ ਕਿਹਦੇ ਲਈ ਕੀ ਕੰਮ ਕਰ ਸਕਦੇ ਆ ਉਹ। ਠੀਕ ਆ। ਬਲਬੀਰ ਜੀ, ਕਈ ਮੈਂ ਚੈਰਿਟੀਆਂ ਮੇਰੇ ਧਿਆਨ ਦੇ ਵਿੱਚ ਵੀ ਹੈਗੀਆਂ, ਤੁਸੀਂ ਵੀ ਜਾਣਦੇ ਹੋਵੋਗੇ ਜੀ, ਕਿ ਉਹ ਤੁਹਾਨੂੰ ਟ੍ਰੇਨਿੰਗ ਵੀ ਦੇ ਦਿੰਦੀਆਂ। ਹਾਂਜੀ। ਅਗਰ ਉਹਨਾਂ ਨੇ ਮੰਨ ਲਓ ਕੋਈ ਖਾਸ ਤਰ੍ਹਾਂ ਦਾ ਕੰਮ ਤੁਹਾਡੇ ਕੋਲ ਕਰਵਾਉਣਾ ਹੈਗਾ, ਹਾਂਜੀ, ਔਰ ਤੁਸੀਂ ਉਹ ਕਰਨਾ ਚਾਹੁੰਦੇ ਆ, ਮੰਨ ਲਓ ਜੇ ਕਿਸੇ ਬੰਦੇ ਨੂੰ ਥੋੜ੍ਹਾ ਬਹੁਤਾ ਕੰਪਿਊਟਰ ਆਉਂਦਾ ਹੈਗਾ ਤੇ ਉਹਨੇ ਕੋਈ ਕੰਪਿਊਟਰ ਦਾ ਐਡਮਿਨ ਦਾ ਕੰਮ ਕਰਨਾ, ਬਿਲਕੁਲ, ਤੇ ਉਹ ਤੁਹਾਨੂੰ ਉਹਦੇ ਲਈ ਕੋਈ ਖਾਸ ਜ਼ਰੂਰਤ ਹੈਗੀ ਆ, ਹਾਂਜੀ, ਤੇ ਉਹ ਇਦਾਂ ਦੀ ਟ੍ਰੇਨਿੰਗ ਵੀ ਤੁਹਾਨੂੰ ਦੇ ਦਿੰਦੇ ਆ। ਦੇਖੋ ਨਵਦੀਪ ਜੀ, ਜਿਸ ਵੇਲੇ ਨਾ ਆਪਾਂ ਕੋਈ ਵੀ ਕੰਮ ਕਰਨਾ, ਹਾਂਜੀ, ਜਿਸ ਤਰ੍ਹਾਂ ਮੰਨ ਲਓ ਜੇ ਅਸੀਂ ਹੁਣ ਕੋਈ ਬੇਸ਼ੱਕ ਬਿਲਡਰ ਜਾਂ ਪਲੰਬਰ ਆਪਣੇ ਘਰ ਬੁਲਾਉਂਦੇ ਆ, ਹਾਂਜੀ, ਉਹਨੂੰ ਵੀ ਦੱਸਣਾ ਪੈਂਦਾ ਕਿ ਆਹ ਜਿਹੜਾ ਕੰਮ ਹੈਗਾ ਇਹ ਮੈਂ ਕਰਵਾਉਣਾ ਚਾਹੁੰਦਾ, ਤਾਂ ਇਹ ਸਾਡੇ ਫੁੱਲ ਨਾ ਖਰਾਬ ਹੋਣ, ਸਾਡੇ ਡਰਾਈਵ ਨਾ ਖਰਾਬ ਹੋਵੇ, ਹਾਂਜੀ, ਤੇ ਜਾਂ ਹੋਰ ਕੋਈ ਚੀਜ਼ਾਂ ਜਿਹਨਾਂ ਖਰਾਬ ਨਾ ਹੋਣ, ਕੁਛ ਨਾ ਕੁਛ ਇੰਸਟਰਕਸ਼ਨਸ ਹੁੰਦੀਆਂ। ਯੈਸ। ਸੋ ਜਦੋਂ ਅਸੀਂ ਕਿਤੇ ਵੀ ਕੋਈ ਵੀ ਕੰਮ ਕਰਨ ਜਾਣਾ, ਤਾਂ ਜਿਸ ਤਰ੍ਹਾਂ ਵੋਲੰਟਰੀ ਕੰਮ ਕਰਨ ਜਾਣਾ ਜੀ, ਉਹਦੀ ਜਿਹੜੀ ਇੰਸਟਰਕਸ਼ਨ ਤਾਂ ਪਹਿਲਾਂ ਤਾਂ ਹੋਣਗੀਆਂ ਕਿ ਇਹ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਡੂਜ਼ ਐਂਡ ਡੋਂਟਸ, ਹਾਂਜੀ, ਕਿ ਆਹ ਕਰ ਸਕਦੇ ਤੇ ਆਹ ਨਹੀਂ ਕਰ ਸਕਦੇ, ਹਾਂਜੀ, ਤਾਂ ਉਹਦੇ ਬਾਰੇ ਫਿਰ ਤੁਹਾਨੂੰ ਉਹ ਦੱਸਣਗੇ ਜੀ। ਤਾਂ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਹੁਣ ਹਸਪੀਟਲ ਦੀ ਮਿਸਾਲ ਲੈ ਲਓ ਜੀ, ਕਿ ਉਹ ਫਿਰ ਤੁਹਾਡੀ ਟ੍ਰੇਨਿੰਗ ਹੋਵੇਗੀ, ਹਾਂਜੀ, ਉੱਥੇ ਤੁਹਾਨੂੰ ਦੱਸੂਗੇ ਕਿ ਜਿਹੜੇ ਪੇਸ਼ੈਂਟਸ ਦੇ ਨਾਲ ਕਿੱਦਾਂ ਤੁਸੀਂ ਗੱਲਬਾਤ ਕਰਨੀ ਆ ਜੀ, ਕੀ ਕੁਛ ਕਹਿਣਾ ਤਾਂ ਕੀ ਕੁਛ ਨਹੀਂ ਕਹਿ ਸਕਦੇ। ਇਹ ਇੱਕ ਵੱਡਾ ਸਕਿੱਲ ਹੈਗਾ, ਹਾਂਜੀ, ਕਿ ਕਿਸੇ ਦੇ ਨਾਲ ਜਿੱਥੇ ਵੀ ਤੁਸੀਂ ਵੋਲੰਟਰੀ ਸਰਵਿਸ ਦੇਣੀ ਆ ਜੀ, ਉੱਥੇ ਮੌਜੂਦ ਲੋਕਾਂ ਦੇ ਨਾਲ ਉੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਜਿਹੜਾ ਸਮਾਨ ਹੈਗਾ, ਹਾਂਜੀ, ਉਹਨੂੰ ਕਿਸ ਤਰ੍ਹਾਂ ਟਰੀਟ ਕਰਨਾ, ਬਿਲਕੁਲ, ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਹਾਂਜੀ, ਜਾਂ ਨਾ ਹੈਂਡਲ ਕਰਨਾ, ਤੇ ਨਾਲ ਜਿਹੜੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਕਿਹੜੇ ਸਲੀਕੇ ਦੇ ਨਾਲ ਗੱਲਬਾਤ ਕਰਨੀ ਆ ਜੀ, ਤਾਂ ਉੱਥੇ ਫਿਰ ਤੁਹਾਨੂੰ ਉਹਦੀ ਟ੍ਰੇਨਿੰਗ ਦੀ ਤਾਂ ਲੋੜ ਪਵੇਗੀ। ਬਿਲਕੁਲ। ਹੁਣ ਜਿਸ ਤਰ੍ਹਾਂ ਇੱਕ ਮਿਸਾਲ ਦੇ ਤੌਰ ਤੇ ਹਸਪਤਾਲ ਦੀ ਤਾਂ ਆਪਾਂ ਇੱਕ ਮਿਸਾਲ ਲਈ ਸੀ, ਹਾਂਜੀ, ਇਹ ਹੁਣ ਵੋਲੰਟਰੀ ਦੇ ਤੌਰ ਤੇ ਜਿਸ ਤਰ੍ਹਾਂ ਕੋਰਟਾਂ ਦੇ ਵਿੱਚ ਵਿਟਨੈਸ ਸਰਵਿਸ ਹੁੰਦੀ ਆ ਜੀ, ਜਿੱਥੇ ਕਿ ਜੇ ਵਿਟਨੈਸ ਹੁੰਦਾ, ਜਦੋਂ ਕੋਈ ਕਿਸੇ ਬੰਦੇ ਦੇ ਕੋਈ ਜਿਹੜੇ ਗਵਾਹ ਹੁੰਦੇ ਆ ਉਹ ਕੋਰਟ ਦੇ ਵਿੱਚ ਜਾਂਦੇ ਆ, ਹਾਂਜੀ, ਤਾਂ ਉਹਨਾਂ ਨੇ ਉੱਥੇ ਬੈਠ ਕੇ ਉਹ ਜਾਂ ਅੱਧਾ ਦਿਨ ਜਾਂ ਸਾਰਾ ਦਿਨ 2-4 ਘੰਟੇ ਬੈਠ ਕੇ, ਹਾਂਜੀ, ਤਾਂ ਉਹਨਾਂ ਦੇ ਨਾਲ ਬੈਠਣਾ ਤੇ ਉਹਨਾਂ ਨੂੰ ਜਿਹੜੀ ਲੋੜੀਂਦੀ ਜਾਣਕਾਰੀ ਦੇਣੀ ਜੀ, ਤੇ ਜਾਂ ਉਹਨਾਂ ਨੂੰ ਚਾਹ ਪਾਣੀ ਪੁੱਛਣਾ, ਤੇ ਉਹਦੇ ਵਾਸਤੇ ਫਿਰ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ। ਠੀਕ ਆ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਇਹਦੇ ਵਿੱਚ ਟ੍ਰੇਨਿੰਗ ਵੀ ਸ਼ਾਮਲ ਹੋ ਸਕਦੀ ਆ ਜੀ, ਤਾਂ ਉਹਦੇ ਨਾਲ ਜਿਹੜੀ ਤੁਹਾਨੂੰ ਟ੍ਰੇਨਿੰਗ ਮਿਲਦੀ ਆ, ਹਾਂਜੀ, ਹੋ ਸਕਦਾ ਤੁਹਾਨੂੰ ਆਪਣੀ ਇੰਪਲੋਇਮੈਂਟ ਕਦੇ ਲੱਭਣ ਦੇ ਲਈ ਵੀ ਉਹ ਕੰਮ ਆ ਜਾਵੇ ਜੀ। ਅੱਛਾ, ਜਿਹੜੀ ਇਹ ਟ੍ਰੇਨਿੰਗ ਦਿੰਦੇ ਆ ਉਹਦਾ ਖਰਚਾ ਫਿਰ ਜੇ ਇਸ ਬੰਦੇ ਨੇ ਕੰਮ ਕਰਨਾ ਹੁੰਦਾ, ਹਾਂਜੀ, ਜਾਂ ਮਦਦ ਕਰਨੀ ਚਾਹੁੰਦਾ ਜਾਂ ਉਹ ਸੇਵਾ ਕਰਨੀ ਚਾਹੁੰਦਾ, ਉਹਦੇ ਤੇ ਪੈਂਦਾ ਕਿ ਉਹ ਜਿਹੜੀ ਆਰਗੇਨਾਈਜੇਸ਼ਨ ਜਿਹਦੇ ਨਾਲ ਤੁਸੀਂ ਕੰਮ ਕਰਨਾ ਆ, ਹਾਂਜੀ, ਉਹਦਾ ਜਿਹੜਾ ਟ੍ਰੇਨਿੰਗ ਦਾ ਭਾਰ ਆ ਉਹੀ ਚੁੱਕਦੇ ਆ। ਆਮ ਕਰਕੇ ਤਾਂ ਨਵਦੀਪ ਜੀ ਜਿਹੜਾ ਟ੍ਰੇਨਿੰਗ ਦੀ ਜਿੱਦਾਂ ਇਨ ਹਾਊਸ ਜਿਹੜੀ ਟ੍ਰੇਨਿੰਗ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਜੀ, ਤੇ ਬਹੁਤੀ ਤਾਂ ਇੰਨੀ ਕੋਈ ਲੋੜ ਨਹੀਂ ਹੁੰਦੀ ਜੀ। ਤੇ ਜੇ ਹੁਣ ਮੰਨ ਲਓ ਕਿ ਜਿੱਥੇ ਕੋਈ ਖਾਸ ਜਿਹੜੀ ਹੈਗੀ ਉਹ ਟ੍ਰੇਨਿੰਗ ਦੀ ਲੋੜ ਹੋਵੇ ਵੀ ਜਿਹਦੇ ਉੱਤੇ ਉਹ ਖਰਚਾ ਆਵੇਗਾ, ਵੀ ਆਮ ਸ਼ੋਰ ਕਿ ਉਹ ਫਿਰ ਕੋਈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਫੰਡਿੰਗ ਹੈਗੀ ਆ, ਹਾਂਜੀ, ਉਹਦਾ ਜਿਹੜਾ ਇੰਤਜ਼ਾਮ ਹੈਗਾ ਉਹ ਕਰ ਲੈਂਦੇ ਆ ਜੀ। ਲੇਕਿਨ ਨਹੀਂ ਤਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਆਹ ਜਿਹੜਾ ਸਮਾਨ ਹੈਗਾ ਇਹਨੂੰ ਇੱਦਾਂ ਨਹੀਂ ਕਰਨਾ ਤੇ ਇੱਦਾਂ ਨਹੀਂ ਕਰਨਾ, ਗੱਲ ਇੱਦਾਂ ਕਰਨੀ ਆ, ਉਹ ਤੁਹਾਡੀ ਲੋਕਲ ਲੈਵਲ ਦੇ ਉੱਤੇ ਉਹ ਕਰ ਲੈਂਦੇ ਆ। ਤੇ ਜਾਂ ਜੇ ਕੋਈ ਕੋਰਸ ਵਗੈਰਾ ਵੀ ਅਟੈਂਡ ਕਰਨਾ ਪਵੇ ਜੀ, ਤਾਂ ਉਹ ਵੀ ਫਿਰ ਜਿਹੜੇ ਉਹ ਵੋਲੰਟਰੀ
ਜਿੱਦਾਂ ਕਹਿ ਲਓ ਕਿ ਸਵੈ ਸੇਵੀ ਦੇ ਵਿੱਚ ਹੀ ਸਵੈ ਸੇਵਾ ਵਾਲੇ ਹੋਰ ਵੀ ਮਹਿਕਮੇ ਹੁੰਦੇ ਆ ਜਿਹੜੇ ਉਹਨਾਂ ਦੀ ਮਦਦ ਕਰਦੇ ਆ ਕਿ ਜਿਹੜੇ ਵੋਲੰਟੀਅਰ ਹੈਗੇ ਉਹਨਾਂ ਨੂੰ ਟ੍ਰੇਨ ਕਿੱਦਾਂ ਕਰਨਾ ਤੇ ਉਹਨਾਂ ਨੂੰ ਟ੍ਰੇਨਿੰਗ ਕਿੱਥੋਂ ਲੈਣੀ ਤੇ ਕਿੱਥੋਂ ਦੇਣੀ ਹੈ। ਠੀਕ ਨਹੀਂ ਬਲਵੀਰ ਜੀ, ਇਹ ਪੁਆਇੰਟ ਮੈਂ ਤਾਂ ਕਲੀਅਰ ਕਰਨੀ ਚਾਹੁੰਦਾ ਸੀਗਾ ਵੀ ਕਈ ਹੋ ਸਕਦਾ ਸਾਡੇ ਭੈਣ ਭਰਾ ਹੁਣ ਉਹ ਕਹਿਣ ਭਈ ਜੇ ਮੈਂ ਕੋਈ ਇੱਦਾਂ ਦਾ ਕੰਮ ਨਾ ਕਰਾਂ ਜਿੱਥੇ ਮੈਨੂੰ ਟ੍ਰੇਨਿੰਗ ਕਰਨੀ ਪਵੇ, ਉਹਦਾ ਖਰਚਾ ਮੇਰੇ ਤੇ ਪੈ ਜਾਵੇ, ਮੈਨੂੰ ਆਪਣੀ ਜੇਬ ਦੇ ਵਿੱਚੋਂ ਕੁਝ ਕੱਢਣਾ ਪਵੇ। ਹਾਂਜੀ, ਪਰ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈਗਾ, ਉਹ ਜਿਹੜੀਆਂ ਸੰਸਥਾਵਾਂ ਹੁੰਦੀਆਂ ਉਹ ਤੁਹਾਡੇ ਆਉਣ ਜਾਣ ਦਾ ਖਰਚਾ ਵੀ ਜਿਹੜਾ ਹੈਗਾ ਟਰੈਵਲ ਐਕਸਪੈਂਸਿਸ ਆ ਉਹ ਦੇ ਦਿੰਦੇ ਆ। ਅਗਰ ਤੁਸੀਂ ਉੱਥੇ ਮੰਨ ਲਓ ਜ਼ਿਆਦਾ ਚਿਰ ਰਹਿਣਾ ਆ ਤਾਂ ਤੁਹਾਨੂੰ ਲੰਚ ਦੀ ਲੋੜ ਹੈਗੀ ਆ, ਤਾਂ ਉਹ ਲੰਚ ਵੀ ਜਿਹੜਾ ਹੈਗਾ ਜਾਂ ਖਾਣਾ ਜਿਹੜਾ ਹੈਗਾ ਥੋੜ੍ਹਾ ਬਹੁਤਾ ਉਹ ਪ੍ਰੋਵਾਈਡ ਕਰਦੇ ਆ। ਸੋ ਕਹਿੰਦੇ ਉਹ ਖਰਚੇ ਦੇ ਪੱਖ ਤੋਂ ਉਹ ਮੇਰਾ ਖਿਆਲ ਸਾਡੇ ਭੈਣ ਭਰਾਵਾਂ ਤੇ ਕੋਈ ਉਹਦਾ ਬੋਝ ਨਹੀਂ ਪੈਣ ਲੱਗਾ। ਬਿਲਕੁਲ ਬਿਲਕੁਲ। ਇਹ ਨਵਦੀਪ ਜੀ ਜਿਸ ਤਰ੍ਹਾਂ ਹੁਣ ਕਈ ਕੇਅਰ ਹੋਮਸ ਹੁੰਦੇ ਆ, ਹਾਂਜੀ, ਜਿੱਥੇ ਜਿਹੜੇ ਹੈਗੇ ਆ ਬਜ਼ੁਰਗ ਜਾਂ ਲੋੜਵੰਦ ਬੰਦੇ ਜਿਹੜੇ ਦਿਨ ਦੇ ਵਾਸਤੇ ਦੇਖਭਾਲ ਵਾਸਤੇ ਜਾਂਦੇ ਹੈਗੇ ਆ, ਤੇ ਉੱਥੇ ਹੁਣ ਜਿਸ ਤਰ੍ਹਾਂ ਜਿੱਥੇ ਦੂਸਰੇ ਖਾਂਦੇ ਉੱਥੇ ਨਾਲ ਜਿਹੜੇ ਵਲੰਟੀਅਰ ਹੁੰਦੇ ਆ ਉਹਨਾਂ ਦੇ ਵੀ ਖਾਣੇ ਦਾ ਇੰਤਜ਼ਾਮ ਹੋ ਜਾਂਦਾ। ਬਿਲਕੁਲ ਜੀ। ਹਾਂਜੀ ਹਾਂ ਬਲਵੀਰ ਜੀ, ਮੈਂ ਕੋਵਿਡ ਦੇ ਦੌਰਾਨ ਜਿੱਥੇ ਟੀਕੇ ਲੱਗਦੇ ਸੀ ਕੋਵਿਡ ਦੇ, ਮੈਂ ਉਹਨਾਂ ਸੈਂਟਰਾਂ ਦੇ ਵਿੱਚ ਜਾਂਦਾ ਰਿਹਾ। ਹਾਂਜੀ, ਤਕਰੀਬਨ 4 ਘੰਟੇ ਦੀ ਸਾਡੀ ਸ਼ਿਫਟ ਹੁੰਦੀ ਸੀਗੀ ਤੇ ਉਹ ਸ਼ਿਫਟਾਂ ਮੈਂ ਕਈ ਕੀਤੀਆਂ ਹਨ। ਤੇ ਉਹਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਦੁਪਹਿਰ ਦਾ ਜਿਹੜਾ ਖਾਣਾ ਹੁੰਦਾ ਸੀ ਤਾਂ ਫਿਰ ਉਹ ਜਿਹੜੇ ਹੈਗਾ ਉਹ ਸੈਂਟਰ ਪ੍ਰੋਵਾਈਡ ਕਰਦਾ ਸੀ। ਸੋ ਜਿੰਨੇ ਵੀ ਉੱਥੇ ਜਿਹੜੇ ਸੀਗੇ ਉਹ ਆਏ ਹੁੰਦੇ ਸੀ, ਸਵੈ ਸੇਵੀ ਆਏ ਹੁੰਦੇ ਸੀ, ਮਦਦ ਕਰਨ ਵਾਲੇ ਲੋਕ, ਉਹਨਾਂ ਦੇ ਖਾਣੇ ਦਾ ਪੀਣ ਦਾ ਸਾਰਾ ਕੁਛ ਉਹਨਾਂ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਸੀਗਾ। ਹਾਂਜੀ ਬਲਵੀਰ ਜੀ, ਇੱਕ ਜਿਹੜੀ ਹੋਰ ਆਮ ਦੇਖਣ ਦੇ ਵਿੱਚ ਆਇਆ ਜਿਹਨੂੰ ਕਹਿੰਦੇ ਆ DBS, ਹਾਂਜੀ, ਕਿ ਜਿਹੜੀਆਂ ਇਹ ਜਥੇਬੰਦੀਆਂ ਹੈਗੀਆਂ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਸੰਸਥਾਵਾਂ ਹੈਗੀਆਂ, ਹਾਂਜੀ, ਇਹ ਭਾਵੇਂ ਤੁਸੀਂ ਸੇਵਾ ਦੇ ਤੌਰ 'ਤੇ ਕੰਮ ਕਰਨਾ ਹੁੰਦਾ ਪਰ ਕਾਨੂੰਨਨ ਤੌਰ 'ਤੇ ਇਹਨਾਂ 'ਤੇ ਇਹ ਪਾਬੰਦੀ ਹੁੰਦੀ ਆ ਕਿ ਇਹ ਮੇਕ ਸ਼ੋਰ ਕਰਨ ਕਿ ਜਿਹੜਾ ਬੰਦਾ ਉਹਨਾਂ ਨਾਲ ਕੰਮ ਕਰੇ, ਹਾਂਜੀ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ। ਹਾਂਜੀ, ਹੈ ਨਾ। ਸੋ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋਗੇ ਕਿ DBS ਜਿਹੜੀ ਹੈਗੀ ਆ ਜੀ, ਡਿਸਪੈਰਿੰਗ ਸਰਵਿਸ ਜਿਹੜੀ ਹੈਗੀ ਆ ਉਹ ਹਾਂਜੀ ਕੀ ਹੈਗੀ ਆ? ਉਹ ਨਵਦੀਪ ਜੀ ਇੱਦਾਂ ਕਿ ਡਿਪੈਂਡ ਕਰਦੇ ਕਿ ਤੁਸੀਂ ਜਿਹੜਾ ਵਲੰਟੀਅਰ ਦੇ ਤੌਰ 'ਤੇ ਕੰਮ ਕਿੱਥੇ ਕਰਨਾ ਜੀ। ਜਿਸ ਤਰ੍ਹਾਂ ਕਹਿ ਲਓ ਕਿ ਬੱਚਿਆਂ ਦੇ ਨਾਲ ਕੰਮ ਕਰਨਾ, ਹਾਂਜੀ, ਜਿਸ ਤਰ੍ਹਾਂ ਜਾਂ ਬਜ਼ੁਰਗਾਂ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਨਾ, ਹਾਂਜੀ, ਤੇ ਜਾਂ ਜੇ ਤੁਸੀਂ ਪ੍ਰਿਜ਼ਨ ਦੇ ਵਿੱਚ ਕੰਮ ਕਰਨਾ ਜੀ, ਤੇ ਜਾਂ ਬੇਸ਼ੱਕ ਜੇ ਹਸਪੀਟਲ ਦੇ ਵਿੱਚ ਵੀ ਕੰਮ ਕਰਨਾ, ਉੱਥੇ ਵੀ ਤੁਹਾਡਾ ਮਰੀਜ਼ਾਂ ਦੇ ਨਾਲ ਹੋ ਸਕਦਾ। ਜੇ ਵਾਰਡ ਦੇ ਵਿੱਚ ਕੰਮ ਕਰਨਾ, ਹਾਂਜੀ, ਤਾਂ ਤੁਹਾਡਾ ਬਾਹ ਪੈ ਸਕਦਾ। ਸੋ ਇਸ ਕਰਕੇ ਤੁਹਾਡੇ ਜਿਹੜੇ ਵਾਜਬ ਲੋੜੀਂਦਾ ਜਿਹੜਾ ਉਸ ਸਰਵਿਸ ਦੇ ਨਾਲ ਉਸ ਕੰਮ ਦੇ ਨਾਲ ਬਣਦਾ ਜਿਹੜੇ ਚੈੱਕਅਪਸ ਹੈਗੇ ਆ ਜੀ, ਕਿ ਇਹ ਜਿਹੜਾ ਬੰਦੇ ਦੇ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਹੈਗਾ, ਜਾਂ ਇਹਦਾ ਕੋਈ ਚੋਰੀ ਦੇ ਰਿਕਾਰਡ ਤਾਂ ਨਹੀਂ ਹੈਗੇ ਜੀ, ਜਾਂ ਮਾਰਕਟਾਈ ਦੇ, ਜਾਂ ਬੰਦੇ ਦੇ ਈਵਨ ਬੋਲ ਚਾਲ ਦੇ ਜੀ, ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਫਿਰ ਸਾਰੀ ਜਾਣਕਾਰੀ ਉਹ DBS ਦੇ ਵਿੱਚ ਆ ਜਾਂਦੀ ਆ ਜੀ। ਤਾਂ ਉਹ ਫਿਰ ਤੁਹਾਨੂੰ ਇੱਕ ਫਾਰਮ ਭਰ ਕੇ ਅਪਲਾਈ ਕਰਨਾ ਪੈਂਦਾ। ਹਾਂਜੀ, ਤਾਂ ਸੋ ਗੌਰਮੈਂਟ ਦੇ ਤੌਰ 'ਤੇ ਜਿਹੜੇ ਵੀ ਉਹਨਾਂ ਨੇ ਚੈੱਕ ਕਰਨੇ ਦੇ ਉਹਨਾਂ ਦੇ ਕੋਲ ਤਰੀਕੇ ਹੈਗੇ ਆ। ਹਾਂਜੀ, ਉਹ ਚੈੱਕ ਕਰਕੇ ਤਾਂ ਫਿਰ ਤੁਹਾਡਾ ਰਿਕਾਰਡ ਜਿਹੜਾ ਪੁਲਿਸ ਦਾ ਰਿਕਾਰਡ ਜੀ, ਤੇ ਜਾਂ ਹੋਰ ਸਾਰੇ ਰਿਕਾਰਡ ਚੈੱਕ ਕਰਕੇ ਜੀ, ਤਾਂ ਉਹ ਫਿਰ ਤੁਹਾਨੂੰ ਉਹ ਸਰਟੀਫਿਕੇਟ ਦਿੰਦੇ ਆ ਕਿ ਇਹ ਜਿਹੜਾ ਬੰਦਾ ਹੈਗਾ, ਹਾਂਜੀ, ਇਹ ਤੁਹਾਨੂੰ ਉਹਦੇ 'ਤੇ ਦੱਸਣਾ ਵੀ ਪੈਂਦਾ ਵੀ ਤੁਸੀਂ ਕੰਮ ਕਿਸ ਤਰ੍ਹਾਂ ਦਾ ਕਰਨਾ। ਠੀਕ ਆ, ਤੇ ਕਿਹਦੇ ਵਾਸਤੇ ਉਹ DBS ਜਿਹੜਾ ਹੈਗਾ ਆ ਉਹ ਲੈਣਾ ਤਾਂ ਉਸ ਤਰ੍ਹਾਂ ਦੇ ਫਿਰ ਚੈੱਕਅਪ ਕਰਕੇ ਉਹ ਤੁਹਾਨੂੰ ਫਿਰ ਸਰਟੀਫਿਕੇਟ ਦਿੰਦੇ ਆ। ਤਾਂ ਫਿਰ ਉਹ ਇਸ ਮੁਲਕ ਦੇ ਵਿੱਚ ਉਹ ਸਰਟੀਫਿਕੇਟ ਉਹ ਜੈਨੂਇਨ ਮੰਨੇ ਜਾਂਦੇ ਆ ਜੀ, ਕਿ ਇਸ ਬੰਦੇ ਨੂੰ ਫਿਰ ਆਹ ਜਿਹੜਾ ਸਰਵਿਸ ਕਰਨ ਦੇ ਵਾਸਤੇ ਉਹ ਰੱਖਿਆ ਜਾ ਸਕਦਾ। ਇੱਕ ਸਿਮਿਲਰ ਹੀ ਹੁੰਦਾ ਜਿਹੜਾ CRB, ਹਾਂਜੀ, ਜਿਹੜਾ ਹੁੰਦਾ ਜੀ, ਤੇ ਉਹ ਮੇਰੇ ਖਿਆਲ ਅੱਗੇ ਪਹਿਲਾਂ CRB ਹੁੰਦਾ ਸੀ, ਉਹਨਾਂ ਨੇ ਉਹ CRB ਬੰਦ ਕਰਕੇ ਤਾਂ ਜਿਹੜਾ ਹੈ DBS ਕਰ ਦਿੱਤਾ। ਹਾਂਜੀ, ਉਹਦਾ ਨਾਂ ਹੀ ਸਿਰਫ ਬਦਲਿਆ ਗਿਆ। ਬਿਲਕੁਲ। ਤਕਰੀਬਨ ਬਾਕੀ ਜਿਹੜਾ ਪ੍ਰੋਸੀਜਰ ਆ ਜਾਂ ਜਿਹੜੇ ਬਾਕੀ ਦੇ ਕੇਸ ਢੰਗ ਨਾਲ ਉਹ ਲਿਆ ਜਾਂਦਾ ਉਹ ਸਾਰਾ ਸੇਮ ਆ। ਹਾਂਜੀ, ਇੱਕ ਦਰਸ਼ਕਾਂ ਨੂੰ ਜਿਹੜੀ ਮੈਂ ਹੋਰ ਗੱਲ ਕਲੀਅਰ ਕਰਨੀ ਚਾਹੁੰਦਾ ਉਹ ਇਹ ਕਿ ਇਹ ਸਿਰਫ ਜਿਹੜੇ ਬੰਦੇ ਸੇਵਾ ਕਰਨੀ ਚਾਹੁੰਦੇ ਆ, ਇਹ ਸਿਰਫ ਉਹਨਾਂ ਲਈ ਨਹੀਂ ਹੈ। ਹਾਂਜੀ, ਜਿੰਨੇ ਵੀ ਹਸਪੀਟਲਾਂ ਦੇ ਵਿੱਚ ਕੰਮ ਕਰਦੇ ਆ ਜਾਂ ਜਿਹੜੇ ਲੋਕਾਂ ਨਾਲ ਕੰਮ ਕਰਦੇ ਆ, ਬੱਚਿਆਂ ਨਾਲ ਖਾਸ ਕਰਕੇ ਕੰਮ ਕਰਦੇ ਆ, ਜਾਂ ਜਿਹੜੇ ਵਲਨਰੇਬਲ ਪੀਪਲ ਹੈਗੇ ਆ, ਦਿਮਾਗੀ ਤੌਰ 'ਤੇ ਸ਼ਾਇਦ ਉਹ ਠੀਕ ਨਾ ਹੋਣ, ਉਹਨਾਂ ਸਾਰਿਆਂ ਦੀ ਇਹ ਚੈੱਕਅਪ ਹੁੰਦੀ ਆ। ਬਿਲਕੁਲ। ਸੋ ਇਹ ਇਕੱਲੀ ਜਿਹੜੀ ਲਾਜ਼ਮੀ ਆ, ਇਹ ਲਾਜ਼ਮੀ ਆ ਉਹਨਾਂ ਲਈ ਤਾਂ ਹੋਰ ਵੀ ਲਾਜ਼ਮੀ ਹੁੰਦਾ। ਸੋ ਇਸ ਕਰਕੇ ਸਾਨੂੰ ਇਸ ਗੱਲ ਤੋਂ ਵੀ ਡਰਨ ਦੀ ਲੋੜ ਨਹੀਂ ਹੈਗੀ। ਤਾਂ ਅਗਰ ਤੁਸੀਂ ਇਹ ਕਰਨਾ ਚਾਹੋ ਤਾਂ ਅਗਰ ਉਹ ਤੁਹਾਡੇ ਕੋਲੋਂ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਪੁੱਛਣ ਤੇ ਤੁਹਾਨੂੰ ਉਹ ਕਰ ਦੇਣੀ ਚਾਹੀਦੀ ਹੈ। ਇਹਦਾ ਤੁਹਾਡਾ ਕੋਈ ਆਪਣਾ ਖਰਚਾ ਨਹੀਂ ਹੁੰਦਾ, ਇਹ ਸਾਰਾ ਖਰਚਾ ਜਿਸ
ਸੰਸਥਾ ਨੇ, ਉਹ ਜਿਹੜੀ ਵੋਲੰਟਰੀ ਆਰਗੇਨਾਈਜੇਸ਼ਨ ਹੁੰਦੀ ਆ, ਹਾਂਜੀ, ਉਹਨਾਂ ਨੇ ਕਰਕੇ ਉਹ ਇੰਤਜ਼ਾਮ ਕਰ ਦਿੰਦੇ ਆ ਜੀ। ਹਾਂਜੀ ਬਲਵੀਰ ਜੀ, ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹੁੰਦਾ, ਉਹ ਇਹ ਕਿ ਜਿਹੜੇ ਲੋਕ ਡਿਸੇਬਲ ਨੇ ਜੀ ਜਾਂ ਅਪੰਗ ਨੇ, ਹਾਂਜੀ, ਕਿ ਉਹ ਵੀ ਇਹ ਸੇਵਾ ਕਰ ਸਕਦੇ ਆ, ਵੋਲੰਟੀਅਰਿੰਗ ਕਰ ਸਕਦੇ ਆ? ਜੀ ਬਿਲਕੁਲ ਨਵਦੀਪ ਜੀ। ਦੇਖੋ, ਹਰੇਕ ਬੰਦੇ ਦੇ ਵਿੱਚ ਆਪਣੀ ਆਪਣੀ ਵੱਖਰੀ ਵੱਖਰੀ ਤਰ੍ਹਾਂ ਦੀ ਕਾਬਲੀਅਤ ਹੁੰਦੀ ਹੈ ਜੀ। ਉਹਦੇ ਕੋਲ ਇੱਕ ਕੋਈ ਪੇਸ਼ਾ ਹੁੰਦਾ, ਕੋਈ ਸਕਿੱਲ ਹੁੰਦਾ, ਹਾਂਜੀ, ਜਿਹੜੇ ਕਿ ਸਾਡੇ ਸਾਰਿਆਂ ਦੇ ਕੋਲੇ ਹੁੰਦੇ ਆ ਜੀ। ਤੇ ਜੇ ਬੇਸ਼ੱਕ ਤੁਸੀਂ ਵੀਲ ਚੇਅਰ ਦੇ ਵਿੱਚ ਵੀ ਹੈਗੇ ਆ, ਹਾਂਜੀ, ਤੇ ਬਹੁਤ ਸਾਰੇ ਜਿਹੜੇ ਤਰ੍ਹਾਂ ਦੀ ਮਦਦ ਹੈਗੀ ਆ, ਜੀ, ਜਿਹੜੀ ਤੁਸੀਂ ਮਦਦ ਲੈਂਦੇ ਹੁੰਦੇ ਵੀ ਦੂਜਿਆਂ ਦੀ ਮਦਦ ਕਰ ਸਕਦੇ ਆ। ਹਾਂਜੀ। ਸੋ ਇਸ ਕਰਕੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਜਿਸ ਤਰ੍ਹਾਂ ਹੁਣ ਕਹਿ ਲਓ ਕਿ ਸਟੀਫਨ ਹਾਕਿੰਗ ਜਿਹੜਾ ਬਹੁਤ ਵੱਡਾ ਸਾਇੰਟਿਸਟ ਹੋਇਆ ਜੀ, ਇਹ ਦੇਖੋ ਕਿ ਉਹ ਹਿਲ ਜੁਲ ਨਹੀਂ ਸੀ ਸਕਦਾ। ਹਾਂਜੀ। ਤੇ ਬਿਲਕੁਲ ਹੀ ਉਹ ਹਿਲ ਜੁਲ ਨਹੀਂ ਸੀ ਸਕਦਾ। ਤੇ ਉਸ ਦੀ ਜਿਹੜੀ ਸੀਗੀ ਉਹ ਕਿੱਡੀ ਵੱਡੀ ਦੇਣ ਸੀ ਬਿਲਕੁਲ ਦੁਨੀਆ ਨੂੰ, ਕਿ ਉਹ ਕੀ ਕੁਝ ਕਰ ਸਕਿਆ, ਕਿ ਕਿਹੜੀਆਂ ਉਹਨੇ ਰਿਸਰਚਾਂ ਕੀਤੀਆਂ, ਕਿ ਸਾਇੰਸ ਨੂੰ ਉਹਨੇ ਕਿੱਡੀਆਂ ਵੱਡੀਆਂ ਦੇਣਾ ਦਿੱਤੀਆਂ। ਹਾਂਜੀ। ਤੇ ਸੋ ਇਸ ਕਰਕੇ ਜਿਹੜੇ ਕੋਈ ਵੀ ਬੰਦੇ ਜਿਹੜੇ ਅਪੰਗ ਹੈਗੇ, ਡਿਸੇਬਲਡ ਹੈਗੇ ਆ, ਹਾਂਜੀ, ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਨਹੀਂ ਕਰ ਸਕਦੇ ਜੀ। ਉਹ ਵੀ ਆਪਣੇ ਜਿਹੜੇ ਸਕਿੱਲ ਵਰਤਦੇ ਹੋਏ ਹਾਂਜੀ ਦੂਸਰਿਆਂ ਦੀ ਮਦਦ ਕਰ ਸਕਦੇ ਆ। ਹਾਂ ਜੀ, ਬਿਲਕੁਲ। ਬਲਵੀਰ ਜੀ, ਇਹ ਸਵਾਲ ਮੈਂ ਤਾਂ ਪੁੱਛਣਾ ਸੀਗਾ, ਲਾਜ਼ਮੀ ਸਮਝਦਾ ਸੀ ਜੀ, ਕਿ ਬਹੁਤੀ ਵਾਰੀ ਅਸੀਂ ਜਿਹੜਾ ਸਾਡਾ ਨਜ਼ਰੀਆ ਹੁੰਦਾ ਆ, ਉਹ ਅਸੀਂ ਇਹ ਕਹਿੰਦੇ ਆ ਕਿ ਨਹੀਂ ਜੀ, ਤੁਸੀਂ ਸਰੀਰਕ ਤੌਰ 'ਤੇ ਕੋਈ ਉੱਠ ਕੇ ਸ਼ਾਇਦ ਤੁਰ ਫਿਰ ਨਾ ਸਕੋ, ਜਾਂ ਤੁਸੀਂ ਕੋਈ ਮੂਵ ਨਾ ਕਰ ਸਕੋ, ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਹੋਰ ਗੱਲਾਂ ਨਹੀਂ ਕਰ ਸਕਦੇ। ਮਤਲਬ ਇੱਕ ਕੋਈ ਬੰਦਾ ਹੈ, ਉਹ ਜਾਂ ਔਰਤ ਹੈ, ਉਹ ਉਹਨਾਂ ਦੀਆਂ ਲੱਤਾਂ ਕਿਸੇ ਵੀ ਕਾਰਨ ਕਰਕੇ ਮੰਨ ਲਓ ਕੰਮ ਨਹੀਂ ਕਰਦੀਆਂ, ਉੱਠ ਕੇ ਤੁਰ ਫਿਰ ਨਹੀਂ ਸਕਦੇ, ਹਾਂਜੀ, ਪਰ ਉਹ ਬੈਠੇ ਬੈਠੇ ਜਿਹੜਾ ਹੈਗਾ ਉਹ ਟੈਲੀਫੋਨ ਸੁਣ ਸਕਦੇ ਆ, ਜਾਂ ਕੋਈ ਕੰਪਿਊਟਰ 'ਤੇ ਕੰਮ ਕਰ ਸਕਦੇ ਆ। ਸੋ ਸਾਨੂੰ ਅਜਿਹੇ ਲੋਕਾਂ ਨੂੰ ਵੀ ਐਨਕਰੇਜ ਕਰਨਾ ਚਾਹੀਦਾ, ਕਿ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਕਿ ਤੁਸੀਂ ਬਾਹਰ ਨਿਕਲੋ। ਔਰ ਜਿਹੜੀਆਂ ਇਹ ਸੰਸਥਾਵਾਂ ਆ, ਖਾਸ ਕਰਕੇ ਇਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਦੀਆਂ ਕਿ ਤੁਸੀਂ ਆਓ, ਸਵੈ ਸੇਵਾ ਕਰੋ। ਉਹਦੇ ਵਿੱਚ ਕੀ ਹੁੰਦਾ ਕਿ ਇਹ ਲੋਕ ਫਿਰ ਦੂਸਰਿਆਂ ਦੇ ਲਈ ਵੀ ਜਿਹੜਾ ਹੈਗਾ ਮਾਡਲ ਦੇ ਤੌਰ 'ਤੇ ਕੰਮ ਕਰਦੇ ਆ, ਦੂਸਰੇ ਲੋਕਾਂ ਨੂੰ ਵੀ ਇਸ ਗੱਲ ਤੋਂ ਉਤਸ਼ਾਹਿਤ ਹੁੰਦੇ ਆ ਕਿ ਅਗਰ ਕੋਈ ਉਹ ਕਰ ਸਕਦਾ ਆ ਤੇ ਮੈਂ ਵੀ ਕਰ ਸਕਦਾ। ਔਰ ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਲੋਕਾਂ ਦਾ ਹੱਥ ਪੈਰ ਪੂਰੀ ਤਰ੍ਹਾਂ ਚੱਲਦੇ ਆ, ਸਰੀਰਕ ਤੌਰ 'ਤੇ ਉਹ ਪੂਰੀ ਤਰ੍ਹਾਂ ਠੀਕ ਆ, ਉਹਨਾਂ ਨੂੰ ਹੋਰ ਵੀ ਹੌਸਲਾ ਮਿਲਦਾ ਕਿ ਅਗਰ ਕੋਈ ਬੰਦਾ ਵੀਲ ਚੇਅਰ 'ਚ ਬੈਠਾ ਜਿਹੜਾ ਹੈਗਾ ਉਹ ਸੇਵਾ ਕਰ ਸਕਦਾ, ਤੇ ਮੇਰਾ ਤਾਂ ਸਾਰਾ ਕੁਝ ਚੱਲਦਾ ਆ, ਤੇ ਮੈਂ ਕਿਉਂ ਨਹੀਂ ਕਰ ਸਕਦਾ। ਇਹ ਬਹੁਤ ਵੱਡੀ ਗੱਲ ਹੈ ਨਵਦੀਪ ਜੀ। ਮੈਂ ਬਹੁਤ ਸਾਰੇ ਲੋਕੀ ਦੇਖੇ ਆ ਕਿ ਉਹਨਾਂ ਨੂੰ ਥੋੜ੍ਹੀ ਬਹੁਤੀ ਦਰਦ ਹੁੰਦੀ ਆ ਜੀ, ਮੈਂ ਤਾਂ ਜੀ ਕੁਛ ਨਹੀਂ ਕਰ ਸਕਦਾ, ਮੈਂ ਤਾਂ ਬਿਲਕੁਲ ਰਹਿ ਗਿਆ ਜੀ, ਹੁਣ ਕਿੱਥੇ ਜੀ, ਇਹ ਬਸ ਹੁਣ ਤਾਂ ਥੋੜ੍ਹੇ ਦਿਨ ਰਹਿੰਦੇ ਆ, ਪਤਾ ਨਹੀਂ ਕਿੰਨਾ ਕੁ ਸਾਲ ਜੀਣਾ, ਹੁਣ ਕੀ ਕਰਨਾ ਅਸੀਂ। ਜਿਹੜੀ ਨਾ ਇਸ ਤਰ੍ਹਾਂ ਦੀ ਸੋਚ ਹੈਗੀ ਆ। ਅੱਜ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਓਲੰਪਿਕਸ ਜੀ ਹੈਗੀਆਂ, ਜਿਹੜੀਆਂ ਪੈਰਾਲੰਪਿਕਸ ਹੈਗੀਆਂ, ਉੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਬੰਦੇ ਨੇ ਜਿਹੜੀ ਹੈਗੀਆਂ ਉਹ ਲੱਤਾਂ ਨਹੀਂ ਹੁੰਦੀਆਂ, ਉਹਨਾਂ ਦੇ ਉੱਪਰਲਾ ਸਰੀਰ ਚੱਲਦਾ ਜਾਂ ਬਾਹਾਂ ਨਹੀਂ ਹੁੰਦੀਆਂ, ਉਹ ਜਿਸ ਤਰ੍ਹਾਂ ਦੀ ਵੀ ਜਿਹੜੀ ਉਹ ਗੇਮ ਕਰ ਸਕਦੇ ਉਹ ਕਰਦੇ ਆ। ਤੇ ਇਸੇ ਤਰ੍ਹਾਂ ਹੁਣ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਬੰਦੇ ਹੈਗੇ ਆ, ਜੇ ਉਹਨਾਂ ਦੀ ਜੇ ਇੱਕ ਲੱਤ ਹੈ ਨਹੀਂ ਤਾਂ ਦੂਜੀ ਲੱਤ ਹੁੰਦੀ ਆ, ਜੇ ਦੂਜੀ ਲੱਤ ਹੈਗੀ ਆ, ਤੁਸੀਂ ਆਪਣੇ ਸਰੀਰ ਨੂੰ ਜਿੰਨਾ ਕੁ ਕੁਛ ਕਰ ਸਕਦੇ ਆ ਹਿੰਮਤ ਕਰੋ, ਬਿਲਕੁਲ ਅਗਾਂਹ ਵਧੂ ਸੋਚ ਰੱਖ ਕੇ ਤੇ ਤੁਸੀਂ ਆਪਣੀ ਹਿੰਮਤ ਵਰਤੋ। ਤਾਂ ਤੁਸੀਂ ਕੋਈ ਛੋਟੀ ਮੋਟੀ ਗੱਲ ਨੂੰ ਲੈ ਕੇ ਜਿਸ ਤਰ੍ਹਾਂ ਨਾ ਬਹਿ ਜਾਓ ਮੈਂ ਜੀ ਕੁਛ ਨਹੀਂ ਕਰ ਸਕਦਾ, ਜੇ ਅਸੀਂ ਆਪ ਹਿੰਮਤ ਕਰਾਂਗੇ ਤਾਂ ਤੁਸੀਂ ਆਪਣੇ ਲਈ ਬਹੁਤ ਕੁਛ ਕਰ ਸਕਦੇ ਆ। ਸੋ ਇਸੇ ਤਰ੍ਹਾਂ ਜੇ ਜਿਹੜੇ ਬੰਦੇ ਜਿਹੜੇ ਡਿਸੇਬਲਡ ਹੈਗੇ ਆ ਜੀ, ਉਹ ਵੀ ਦੂਜਿਆਂ ਦੀ ਮਦਦ ਕਰ ਸਕਦੇ ਆ। ਤਾਂ ਜਦੋਂ ਕਿ ਦੂਜੇ ਪਾਸੇ ਜਿੱਦਾਂ ਮੈਂ ਕਹਿੰਦਾ ਕਿ ਉਹ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਠੀਕ ਠਾਕ ਵੀ ਹੁੰਦੇ, ਉਹ ਵੀ ਨਹੀਂ ਦੂਜਿਆਂ ਦੀ ਮਦਦ ਕਰਦੇ। ਸੋ ਇਹ ਬਹੁਤ ਸਾਡੇ ਲਈ ਜ਼ਰੂਰੀ ਹੈਗਾ। ਸਵੈ ਸੇਵਾ ਕਰਨ ਦੇ ਲਈ ਤੁਹਾਡਾ ਮਾਨਸਿਕ ਤੌਰ 'ਤੇ ਤਕੜਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ। ਇਹਦੇ ਨਾਲ ਜਿਹੜਾ ਹੈਗਾ ਤੁਹਾਡੀ ਆਪਣੀ ਸਿਹਤ ਵੀ ਠੀਕ ਰਹਿੰਦੀ ਹੈਗੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਔਰ ਤੁਹਾਨੂੰ ਆਪਣੇ ਵੱਲੋਂ ਹੌਸਲਾ ਵੀ ਮਿਲਦਾ ਹੈਗਾ, ਔਰ ਤੁਸੀਂ ਦੂਸਰਿਆਂ ਲੋਕਾਂ ਦੇ ਲਈ ਵੀ ਕੰਮ ਕਰਦੇ ਆ। ਔਰ ਸਾਰਿਆਂ ਨਾਲੋਂ ਵਧੀਆ ਜਿਹੜਾ ਇਹ ਹੁੰਦਾ ਕਿ ਜਦੋਂ ਤੁਸੀਂ ਇਹ ਕੰਮ ਕਰਕੇ ਆਉਂਦੇ ਆ, ਜਿਹੜੀ ਇੱਕ ਤੁਹਾਨੂੰ ਖੁਸ਼ੀ ਮਿਲਦੀ ਆ, ਉਸ ਖੁਸ਼ੀ ਨਾਲ ਦੀ ਕੋਈ ਹੋਰ ਜਿਹੜੀ ਚੀਜ਼ ਉਹ ਨਹੀਂ ਹੁੰਦੀ। ਬਿਲਕੁਲ ਜੀ, ਬਿਲਕੁਲ। ਬਲਵੀਰ ਜੀ, ਇਹ ਮੇਰੇ ਖਿਆਲ ਤੁਸੀਂ ਥੋੜ੍ਹਾ ਜਿਹਾ ਇਸ ਪੁਆਇੰਟ ਨੂੰ ਟੱਚ ਕੀਤਾ ਸੀ ਜੀ। ਮੈਂ ਚਾਹੁੰਦਾ ਕਿ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਵਿਸਥਾਰ ਦਈਏ ਕਿ ਇਹ ਜਿਹੜੇ ਸਾਡੇ ਨੌਜਵਾਨ ਆ, ਖਾਸ ਕਰਕੇ ਬੱਚੇ ਬੱਚੀਆਂ ਆ ਜੀ, ਉਹਨਾਂ ਲਈ ਜਿਹੜੀ ਵੋਲੰਟੀਅਰਿੰਗ ਹੈਗੀ ਆ ਉਹ ਕਿੱਦਾਂ ਲਾਭਦਾਇਕ ਹੋ ਸਕਦੀ ਆ। ਮੇਰਾ ਇੱਕ ਦੋਸਤ ਆ, ਉਹਨਾਂ ਦਾ ਬੇਟਾ ਸੀਗਾ
ਉਹ 14-15 ਸਾਲ ਦੀ ਉਹਦੀ ਉਮਰ ਸੀ। ਤੇ ਉਹ ਕਹਿੰਦੇ ਵੀ ਜਦੋਂ ਛੁੱਟੀਆਂ ਹੋਣੀਆਂ ਤੇ ਉਹਨੇ ਤਕਰੀਬਨ ਸਾਰਾ ਦਿਨ ਸੁੱਤਾ ਰਹਿਣਾ। ਹਾਂਜੀ। ਸ਼ਾਮ ਨੂੰ ਉੱਠ ਕੇ ਤੇ ਉਹਨੇ ਖਾ ਪੀ ਕੇ ਫਿਰ ਉਹਨੇ ਟੈਲੀ ਦੁਆਲੇ ਹੋ ਜਾਣਾ ਜਾਂ ਕੰਪਿਊਟਰ ਦੁਆਲੇ ਹੋ ਜਾਣਾ ਜਾਂ ਗੇਮਾਂ ਦੁਆਲੇ ਹੋ ਜਾਣਾ। ਹਾਂਜੀ। ਤੇ ਕਹਿੰਦੇ ਇੱਕ ਦਿਨ ਪਤਾ ਨਹੀਂ ਉਹਨੂੰ ਕੀ ਹੋਇਆ, ਉਹ ਕਹਿੰਦਾ ਡੈਡੀ ਮੈਂ ਅਫਰੀਕਾ ਦੇ ਵਿੱਚ ਵਲੰਟੀਅਰਿੰਗ ਕੰਮ ਕਰਨ ਜਾਣਾ। ਹਾਂਜੀ। ਤੇ ਪਹਿਲਾਂ ਤਾਂ ਕਹਿੰਦੇ ਵੀ ਮੈਂ ਬੜਾ ਸ਼ੌਕ ਜਿਹਾ ਹੋਇਆ, ਤੇ ਪਰ ਫਿਰ ਮੈਂ ਕਹਿੰਦੇ ਉਹਨੂੰ ਕਿਹਾ ਵੀ ਚੱਲ ਮੈਂ ਤੈਨੂੰ ਸ਼ਾਮ ਨੂੰ ਸੋਚ ਕੇ ਜਿਹੜਾ ਤੈਨੂੰ ਦੱਸੂਗਾ। ਹਾਂਜੀ। ਤੇ ਕਹਿੰਦੇ ਜਦੋਂ ਮੈਂ ਦੇਖਿਆ ਪਈ ਇਹਦੇ ਕੀ ਉਹਨੂੰ ਫਾਇਦੇ ਹੋ ਸਕਦੇ ਆ, ਕੀ ਨੁਕਸਾਨ ਹੋ ਸਕਦੇ ਆ, ਕਹਿੰਦੇ ਠੀਕ ਹੈ ਆਰਥਿਕ ਤੌਰ ਤੇ ਮੇਰੇ ਤੇ ਕਾਫੀ ਬੋਝ ਪੈਣਾ ਸੀ ਕਰਕੇ ਮੈਨੂੰ ਉਹਦੀ ਟਿਕਟ ਵਗੈਰਾ ਲੈ ਕੇ ਦੇਣੀ ਪੈਣੀ ਸੀ। ਹਾਂਜੀ। ਤੇ ਕਹਿੰਦੇ ਮੈਂ ਆਪਣੇ ਵਾਈਫ ਦੇ ਨਾਲ ਵੀ ਇਸ ਗੱਲ ਬਾਰੇ ਸਲਾਹ ਮਸ਼ਵਰਾ ਕੀਤਾ ਤੇ ਫਿਰ ਅਸੀਂ ਉਹ ਬੱਚੇ ਨੂੰ ਉਹਨਾਂ ਨੇ ਹਾਂ ਕਰ ਦਿੱਤੀ ਵੀ ਤੂੰ ਚਲੇ ਜਾ। ਹਾਂਜੀ। ਅੱਛਾ, ਉਹ ਬੱਚੇ ਦੇ ਪਹਿਲਾਂ ਜਾਣ ਦਾ ਮੁੱਖ ਉਦੇਸ਼ ਤਾਂ ਇਹੀ ਸੀਗਾ ਕਿ ਉਹਦੇ ਕੁਝ ਦੋਸਤਾਂ ਨੇ ਅਫਰੀਕਾ ਦੇ ਵਿੱਚ, ਹਾਂਜੀ, ਕੀਨੀਆ ਦੇ ਵਿੱਚ ਉਹਨਾਂ ਨੇ ਕੰਮ ਕਰਨ ਜਾਣਾ ਸੀ। ਹਾਂਜੀ। ਔਰ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਸਾਡਾ ਬੇਟਾ ਉੱਥੇ 2 ਹਫ਼ਤੇ ਲਾ ਕੇ ਆਇਆ। ਹਾਂਜੀ। ਕੀਨੀਆ ਦੇ ਵਿੱਚ ਗਿਆ ਸੀ, ਉਹਨੂੰ ਟਿਕਟ ਲੈਤੀ, ਉਹ ਸੰਸਥਾ ਦੇ ਕਿਸੇ ਦੇ ਨਾਲ ਗਿਆ ਤਾਂ ਉਹ ਜਦੋਂ ਵਾਪਸ ਆਇਆ ਹਾਂਜੀ ਕਹਿੰਦੇ ਕਿ ਉਹ ਜਿਹੜਾ ਨੌਜਵਾਨ ਸੀ ਉਹਦਾ 180 ਡਿਗਰੀ ਐਟੀਟਿਊਡ ਜਿਹੜਾ ਸੀਗਾ, ਕਹਿਣ ਦਾ ਮਤਲਬ ਵੀ ਇੱਧਰੋਂ ਮੂੰਹ ਹੋ ਕੇ ਉਹਦਾ ਮੂੰਹ ਇੱਧਰਲੇ ਪਾਸੇ ਹੋ ਗਿਆ। ਬਿਲਕੁਲ। ਉਹ ਕਹਿੰਦੇ ਜਿਹੜਾ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਸੀ ਕਰਦਾ, ਜਿਹੜਾ ਸਾਰਾ ਦਿਨ ਤਕਰੀਬਨ ਸੁੱਤਾ ਰਹਿੰਦਾ ਸੀ। ਹਾਂਜੀ। ਤੇ ਉਹ ਕਹਿੰਦੇ ਇੰਨੇ ਡਿਸਪਲਿਨ ਦੇ ਵਿੱਚ ਉਹ ਹੋ ਗਿਆ ਕਿ ਉਹ ਆਪ ਹੀ ਉਹ ਸਵੇਰ ਨੂੰ ਉੱਠਣ ਲੱਗ ਪਿਆ। ਹਾਂਜੀ। ਆਪਣੇ ਸਮੇਂ ਦੇ ਮੁਤਾਬਕ ਉਹ ਕਰਨ ਲੱਗ ਪਿਆ। ਤੇ ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ ਵੀ ਇੱਕ ਦਿਨ ਵੀ ਤੇਰੇ ਵਿੱਚ ਐਡੀ ਵੱਡੀ ਤਬਦੀਲੀ ਹਾਂਜੀ ਕਿੱਦਾਂ ਆਈ ਆ? ਹਾਂਜੀ। ਤੇ ਕਹਿੰਦੇ ਉਹਦਾ ਜਵਾਬ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਉਹ ਕਹਿੰਦਾ ਡੈਡੀ ਵੀ ਜਿਹੜੀਆਂ ਗੱਲਾਂ ਤੁਸੀਂ ਮੈਨੂੰ 14 ਸਾਲਾਂ 'ਚ ਨਹੀਂ ਸਮਝਾ ਸਕੇ, ਹਾਂਜੀ, ਉਹ ਮੈਨੂੰ ਉੱਥੇ ਦੇ ਹਾਲਾਤ ਦੇਖ ਕੇ 2 ਹਫ਼ਤਿਆਂ ਦੇ ਵਿੱਚ ਉਹ ਗੱਲ ਸਮਝ ਆ ਗਈ। ਹਾਂਜੀ। ਕਿ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਸਾਡੇ ਕੋਲ ਕਿੰਨੀਆਂ ਚੀਜ਼ਾਂ ਆ ਔਰ ਅਸੀਂ ਫਿਰ ਵੀ ਉਹਨਾਂ ਚੀਜ਼ਾਂ ਲਈ ਤੁਹਾਡੀ ਜਿਹੜਾ ਸਤਿਕਾਰ ਆਪਣੇ ਮਾਂ-ਬਾਪ ਦਾ ਨਹੀਂ ਕਰਦੇ। ਹਾਂਜੀ। ਕਹਿੰਦੇ ਮੈਨੂੰ ਇਹ ਲੱਗਦਾ ਵੀ ਜਿਹੜਾ ਮੈਂ ਉਹ 500-700 ਖਰਚਿਆ ਸੀ, ਹਾਂਜੀ, ਉਹ ਜ਼ਿੰਦਗੀ ਦਾ ਸਾਰਿਆਂ ਨਾਲੋਂ ਵਧੀਆ ਮੇਰੀ ਇਨਵੈਸਟਮੈਂਟ ਸੀ ਜੀ, ਬਿਲਕੁਲ, ਜਿਹਨੇ ਮੇਰੇ ਬੱਚੇ ਨੂੰ ਇੰਨਾ ਚੇਂਜ ਕਰ ਦਿੱਤਾ। ਸੋ ਅਗਰ ਤੁਸੀਂ ਇਸੇ ਹੀ ਲੜੀ ਨੂੰ ਇੱਥੋਂ ਹੀ ਥੋੜ੍ਹਾ ਜਿਹਾ ਹੋਰ ਅੱਗੇ ਕਰੋ ਹਾਂਜੀ, ਕਿ ਸਾਨੂੰ ਬੱਚਿਆਂ ਨੂੰ ਇਸ ਪਾਸੇ ਨੂੰ ਕਿਉਂ ਉਤਸ਼ਾਹਿਤ ਜਿਹੜਾ ਹੈਗਾ ਕਰਨਾ ਚਾਹੀਦਾ। ਇਹ ਤਾਂ ਇੱਕ ਸਟੋਰੀ ਆ, ਕੋਈ ਹੋਰ ਵੀ ਜਿਹੜੇ ਹੈਗੇ ਆ ਫਾਇਦੇ ਜਿਹੜੇ ਸਾਡੇ ਨੌਜਵਾਨਾਂ ਲਈ ਹੋ ਸਕਦੇ ਹੋਣ, ਤੁਸੀਂ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜੀ ਥੋੜ੍ਹਾ ਜਿਹਾ ਨਵਦੀਪ ਜੀ ਦੇਖੋ, ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਜੀ ਕਿ ਜਿਹੜਾ ਬੱਚਾ ਹੁੰਦਾ, ਜਿਸ ਵੇਲੇ ਅਸੀਂ ਯੰਗ ਉਮਰ ਦੇ ਵਿੱਚ ਅਸੀਂ ਜਿਹੜਾ ਨਾ ਇੱਕ ਦੂਸਰੇ ਦੇ ਕੋਲੋਂ ਸਿੱਖਦੇ ਹੈਗੇ ਆ, ਬਿਲਕੁਲ ਉਹ ਬੜਾ ਜ਼ਰੂਰੀ ਹੁੰਦਾ। ਹਾਂਜੀ। ਤੇ ਜਿਸ ਵੇਲੇ ਅਸੀਂ ਫਿਰ ਵਾਲੰਟਰੀ ਤੌਰ ਤੇ ਕੰਮ ਕਰਾਂਗੇ ਜੀ, ਜਿਸ ਤਰ੍ਹਾਂ ਕਹ ਲਓ ਕਿ ਤੁਸੀਂ ਕੋਈ ਵੀ ਕੰਮ ਕਰਨਾ, ਤੁਸੀਂ ਆਪਣਾ ਦਿਮਾਗ ਵਰਤ ਕੇ, ਆਪਣਾ ਇਨੀਸ਼ੀਏਟਿਵ ਵਰਤ ਕੇ ਜੀ ਆਪ ਹੁਦਰੇ ਫਿਰ ਤੁਸੀਂ ਕੰਮ ਕਰਨਾ, ਫਿਰ ਤੁਹਾਡੇ ਕੋਲ ਜਿਹੜੀ ਸੋਚ ਉਤਪੰਨ ਹੋਊਗੀ, ਪੈਦਾ ਹੋਊਗੀ ਕਿ ਮੈਂ ਇਹ ਜਿਹੜਾ ਕੰਮ ਕਿੱਦਾਂ ਕਰਨਾ। ਲੋਕਾਂ ਦੇ ਨਾਲ ਤੁਸੀਂ ਦੇਖ ਲਓ ਕਿ ਕਮਿਊਨੀਕੇਟ ਪਹਿਲਾਂ ਕਿੱਦਾਂ ਕਰਨਾ, ਲੋਕਾਂ ਦੇ ਨਾਲ ਬੋਲੀ ਦਾ ਚੱਲੀ ਦਾ ਕਿੱਦਾਂ ਹੁੰਦਾ, ਜਿਹੜਾ ਕਿ ਕਿਸੇ ਵੀ ਕੰਮ ਦੇ ਉੱਤੇ ਹਾਂਜੀ ਇਹ ਤੁਹਾਨੂੰ ਜਿਹਦੀ ਕਿ ਲੋੜ ਹੁੰਦੀ ਆ, ਉੱਥੇ ਤੁਸੀਂ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਹੈਗੇ ਆ ਉਹ ਸਿੱਖਦੇ ਆ, ਤੁਹਾਡੇ ਵਧੀਆ ਹੁੰਦੇ ਆ। ਹਾਂਜੀ। ਤਾਂ ਦੂਸਰਾ ਇਹ ਹੈਗਾ ਕਿ ਜਿਸ ਵੇਲੇ ਅਸੀਂ ਕੋਈ ਵੀ ਕੰਮ ਕਰਦੇ ਆ, ਅਸੀਂ ਇਸ ਦੁਨੀਆ ਦੇ ਵਿੱਚ ਇੱਕ ਦੂਜੇ ਦੇ ਉੱਤੇ ਨਿਰਭਰ ਹੁੰਦੇ ਆ। ਬਿਲਕੁਲ। ਕਿਸੇ ਲਈ ਕੰਮ ਕਰਨਾ, ਕਿਸੇ ਨੂੰ ਕੰਮ ਕਰਕੇ ਦੇਣਾ ਤੇ ਕਿਸੇ ਤੋਂ ਕੰਮ ਕਰਵਾਉਣਾ। ਤੁਸੀਂ ਟੀਮ ਵਰਕ ਦੇ ਵਿੱਚ ਕੰਮ ਕਰਨਾ, ਰਲ ਕੇ ਤੁਸੀਂ ਕੰਮ ਕਰਨਾ, ਤੁਸੀਂ ਉਹ ਵੀ ਜਿਹੜਾ ਹੈਗਾ ਉਹ ਸਿੱਖਦੇ ਆ ਜੀ। ਫਿਰ ਤੁਸੀਂ ਕੁਝ ਚੀਜ਼ ਆਰਗੇਨਾਈਜ਼ ਕਰਨੀ ਆ, ਜਿਹੜੇ ਆਰਗੇਨਾਈਜ਼ਿੰਗ ਸਕਿੱਲਸ ਹੈਗੇ ਆ ਜੀ, ਉਹ ਵੀ ਤੁਸੀਂ ਉੱਥੋਂ ਸਿੱਖ ਸਕਦੇ ਆ ਜੀ। ਨਾਲ ਇਹਦੇ ਇਹ ਹੈਗਾ ਕਿ ਰਿਸਪੈਕਟ ਕਰਨੀ, ਹਾਂਜੀ, ਆਪਣੀ ਰਿਸਪੈਕਟ ਕਰਵਾਉਣੀ, ਹਾਂਜੀ, ਦੂਸਰੇ ਦੀ ਰਿਸਪੈਕਟ ਕਰਨੀ ਜੀ। ਇਹ ਵੀ ਜਿਹੜਾ ਹੈਗਾ ਆ ਤੁਸੀਂ ਉਹਦੇ ਨਾਲ ਇਹ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਬਾਤਾਂ, ਫਿਰ ਜਿਹੜਾ ਹੈਗਾ ਆ ਹਮਦਰਦੀ ਕਰਨੀ, ਹਾਂਜੀ, ਹਮਦਰਦੀ ਦੇ ਨਾਲ ਕਿਸੇ ਦੇ ਨਾਲ ਪੇਸ਼ ਆਉਣਾ, ਇਸ ਤਰ੍ਹਾਂ ਦੀ ਜਿਹੜੀਆਂ ਕਹਿ ਲਾ ਕਿ ਜਿਸ ਤਰ੍ਹਾਂ ਹੋਰ ਦੂਸਰੀ ਟੀਮਾਂ ਦੇ ਨਾਲ ਰਲ ਮਿਲ ਕੇ ਕੰਮ ਕਰਨਾ, ਯੈਸ, ਤੇ ਦੂਸਰਿਆਂ ਦੇ ਨਾਲ ਰਲ ਮਿਲ ਕੇ ਕਰਨਾ। ਸੋ ਇਹ ਸਾਰੇ ਸਕਿੱਲ ਆਪਾਂ ਉਹ ਸੋਚਦੇ ਹਾਂ। ਬਿਲਕੁਲ ਬਿਲਕੁਲ। ਸੋ ਇਹ ਜਿਹੜੇ ਕਿ ਸਾਡੇ ਸਾਰਿਆਂ ਲਈ ਲਾਜ਼ਮੀ ਆ। ਹਾਂਜੀ ਬਿਲਕੁਲ ਜੀ। ਸੋ ਇਹ ਬੜਾ ਜ਼ਰੂਰੀ ਹੈਗਾ ਕਿ ਜਿਵੇਂ ਮੈਂ ਤੁਹਾਡੇ ਨਾਲ ਆਪਣੇ ਦੋਸਤ ਦੇ ਬੇਟੇ ਦੀ ਐਗਜ਼ਾਮਪਲ ਸਾਂਝੀ ਕੀਤੀ ਆ, ਉਹਦਾ ਮਤਲਬ ਇਹ ਆ ਕਿ ਕਈ ਵਾਰੀ ਜਿਹੜਾ ਹੈਗਾ ਅਸੀਂ ਬੱਚਿਆਂ ਨੂੰ ਮੂੰਹ ਨਾਲ ਗੱਲਾਂ ਕਰਕੇ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਹਾਂਜੀ, ਪਰ ਉਹਨਾਂ ਨੇ ਖੁਦ ਉਹਨੂੰ ਨਹੀਂ ਦੇਖਿਆ ਹੁੰਦਾ ਸਾਰੀ ਸਿਚੁਏਸ਼ਨ ਨੂੰ, ਤੇ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਜਿਹੜਾ ਕੀ ਹੈਗਾ। ਇਸ ਦੇ ਨਾਲ ਨਵਦੀਪ ਜੀ ਮੈਂ ਤੁਹਾਨੂੰ ਇੱਕ ਹੋਰ ਇੱਕ ਮਿਸਾਲ ਦਿੰਦਾ ਜੀ
कि मेरा ख्याल मेरी 18 ਕੁ ਸਾਲ ਦੀ ਉਮਰ ਸੀ, ਜੀ। 17-18 ਸਾਲ ਦੀ ਉਮਰ ਸੀਗੀ। ਜੀ। ਤੇ ਸਾਡੇ ਲਾਗੇ ਇੱਕ ਐਲਡਰਲੀ ਲੇਡੀ ਹਾਂਜੀ। ਉਹ ਰਹਿੰਦੀ ਸੀਗੀ ਤੇ ਉਹਨਾਂ ਦਾ ਜਿਹੜਾ ਕਿਚਨ ਦਾ ਵਿੰਡੋ ਸੀਗਾ ਜੀ। ਉਹ ਲੱਕੜੀ ਦਾ ਵਿੰਡੋ ਗਲਿਆ ਆਇਆ ਸੀ। ਅੱਛਾ ਜੀ। ਤੇ ਉਹਨੇ ਮੈਨੂੰ ਕਿਹਾ ਕਿ ਮੈਂ ਉੱਥੇ ਪੁੱਟੀ ਵਗੈਰਾ ਭਰ ਦੇਵਾਂ। ਤੇ ਕਰ ਕਰਾ ਕੇ ਜੀ ਅਸੀਂ ਫੈਸਲਾ ਕੀਤਾ ਕਿ ਉਹ ਜਿਹੜਾ ਵਿੰਡੋ ਹੈਗਾ ਹਾਂਜੀ ਉਹ ਸਾਰਾ ਵਿੰਡੋ ਹੀ ਮੈਂ ਚੇਂਜ ਕਰ ਦੇਣਾ। ਠੀਕ ਆ। ਤੇ ਮੈਂ ਇੱਕ ਹੋਰ ਦੋਸਤ ਨੂੰ ਪੁੱਛਿਆ ਕਿ ਵਿੰਡੋ ਚੇਂਜ ਕਰ ਦਈਏ। ਹਾਂਜੀ। ਤੇ ਕਰ ਕਰਾ ਕੇ ਜੀ ਅਸੀਂ ਉਹ ਜਿਹੜਾ ਵਿੰਡੋ ਚੇਂਜ ਕਰਨੇ ਦਾ ਪਲਾਨ ਬਣਾ ਲਿਆ। ਠੀਕ ਆ। ਸੋ ਉਹ ਜਿਹੜਾ ਅਸੀਂ ਉਹ ਵਿੰਡੋ ਚੇਂਜ ਕਰ ਦਿੱਤਾ। ਹਾਂਜੀ। ਉਹ ਜਦੋਂ ਅਸੀਂ ਉਹ ਵਿੰਡੋ ਖੋਲ੍ਹਿਆ ਜੀ ਤਾਂ ਜਦੋਂ ਨਾਲ ਦੇਖਿਆ ਤਾਂ ਜਿਹੜਾ ਸਿੰਕ ਸੀਗਾ ਉਹਦੇ ਆਲੇ ਦੁਆਲੇ ਦੀ ਜਿਹੜੀ ਲੱਕੜੀ ਸੀਗੀ ਉਹ ਵੀ ਗਲੀ ਸੀ। ਉਹ ਵੀ ਗਲੀ ਸੀਗੀ। ਅੱਛਾ। ਤੇ ਅਸੀਂ ਜਿਹੜਾ ਸੀਗਾ ਉਹ ਸਿੰਕ ਵੀ ਖੋਲ੍ਹ ਲਿਆ। ਠੀਕ ਆ। ਤੇ ਹੁਣ ਸਿੰਕ ਨੂੰ ਉਹ ਟੂਟੀਆਂ ਲੱਗੀਆਂ ਸੀ। ਹਾਂਜੀ। ਉਹ ਟੂਟੀਆਂ ਖੋਲ੍ਹਣੀਆਂ ਸੀ ਜੀ। ਹੁਣ ਟੂਟੀਆਂ ਖੋਲ੍ਹਣ ਦੇ ਵਾਸਤੇ ਤੇ ਬਾਹਰ ਜਿਹੜਾ ਉਹ ਪਾਣੀ ਬੰਦ ਕਰਨ ਵਾਲੀ ਟੈਪ ਹੁੰਦੀ ਆ, ਸੋ ਉਹਨੂੰ ਬੰਦ ਕਰਨਾ ਪੈਣਾ ਸੀ। ਤਾਂ ਉਹਦੇ ਲਈ ਤੁਹਾਨੂੰ ਇੱਕ ਉਹ ਲੰਬੀ ਬਾਹਰ ਚਾਹੀਦੀ ਹੁੰਦਾ, ਮੇਰੇ ਕੋਲ ਹੈ ਨਹੀਂ ਸੀ। ਠੀਕ ਆ। ਤੇ ਫਿਰ ਮੈਨੂੰ ਚੇਤਾ ਆਇਆ ਕਿ ਉਹ ਇੱਕ ਜਿਹੜਾ ਪਲੰਬਰ ਸੀਗਾ ਉਹ ਪੋਲਿਸ਼ ਪਲੰਬਰ ਸੀਗਾ ਉਹ। ਹਾਂਜੀ। ਤੇ ਉਹਨੂੰ ਅਸੀਂ ਘਰ ਕਈ ਵਾਰੀ ਵਰਤਿਆ ਸੀ। ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਪਾਣੀ ਬੰਦ ਕਰਨਾ ਤਾਂ ਮੈਨੂੰ ਉਹ ਟੂਲ ਚਾਹੀਦਾ। ਹਾਂਜੀ। ਉਹ ਕਹਿੰਦੇ ਚੱਲ ਮੈਂ ਤੇਰੇ ਨਾਲ ਦੇਖਦਾ ਤੂੰ ਕਰਦਾ ਕੀ ਆ। ਹਾਂ। ਤੇ ਜਦੋਂ ਉਹਨੇ ਦੇਖਿਆ ਵੀ ਵਿੰਡੋ ਵੀ ਪੱਟਿਆ ਜਿਹੜਾ ਹੈਗਾ ਉਹ ਸਿੰਕ ਵੀ ਪੱਟਿਆ। ਹਾਂਜੀ। ਤੇ ਉਹ ਤੇ ਕਹਿੰਦਾ ਵੀ ਇਹ ਫਿਰ ਜਿਹੜੇ ਟਾਂਕੇ ਕਿਨ ਲਾਉਣੇ ਆ। ਅੱਛਾ। ਕਿਉਂਕਿ ਜਿਹੜਾ ਸੀਗਾ ਉਹ ਕਾਪਰ ਦੇ ਪਾਈਪ ਤੇ ਅੱਗੇ ਲੈਡ ਦੇ ਪਾਈਪ ਹੁੰਦੇ ਸੀ, ਉਹਨਾਂ ਦੋਨਾਂ ਦੇ ਟਾਂਕੇ ਲਾਉਣੇ ਆ। ਹਾਂਜੀ। ਉਹ ਕਹਿੰਦੇ ਵੀ ਉਹ ਕਿਨ ਲਾਉਣੇ ਆ। ਮੈਂ ਕਿਹਾ ਜੀ ਉਹ ਵੀ ਫਿਰ ਮੈਂ ਹੀ ਲਾਉਂਗਾ। ਹਾਂ। ਹਾਂਜੀ। ਠੀਕ ਆ। ਤੇ ਉਹਨੇ ਦੇਖੋ ਜੀ ਉਹਨੇ ਮੈਨੂੰ ਸੋਲਡਰ ਵੀ ਦਿੱਤਾ ਆਪਣੇ ਕੋਲੋਂ, ਉਹਨੇ ਮੈਨੂੰ ਆਪਣੀ ਸੋਲਡਰਿੰਗ ਗਨ ਵੀ ਦਿੱਤੀ ਤੇ ਉਹਨੇ ਆਪਣਾ ਉਹ ਟੂਲ ਵੀ ਦਿੱਤਾ ਜੀ। ਤੇ ਨਾਲ ਮੈਨੂੰ ਕਹਿ ਕੇ ਗਿਆ ਕਿ ਜੇ ਤੈਨੂੰ ਹੋਰ ਕੋਈ ਕਹਿੰਦਾ ਕਿ ਜੇ ਤੂੰ ਸਟਕ ਹੋ ਗਿਆ ਜੀ ਮੈਨੂੰ ਕਿਸੇ ਵੀ ਵੇਲੇ ਆ ਕੇ ਮੇਰੀ ਹੈਲਪ ਕਰੀ, ਮੈਂ ਪੁਰਾਣੀ ਜਗ੍ਹਾ ਕੰਮ ਕਰਦਾ। ਹਾਂਜੀ। ਤੇ ਮੈਨੂੰ ਆ ਕੇ ਦੱਸੀ ਜੀ। ਇਹ ਜਿਹੜਾ ਨਾ ਮੇਰਾ ਐਕਸਪੀਰੀਅੰਸ ਸੀਗਾ ਜੀ। ਮੈਂ ਜਿਸ ਵੇਲੇ ਆਪਣੀ ਪਹਿਲੀ ਕੰਮ ਤੇ ਇੰਟਰਵਿਊ ਲਈ ਗਿਆ, ਹਾਂਜੀ, ਉੱਥੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਿਹੜਾ ਸੀਗਾ ਇਸ ਤਰ੍ਹਾਂ ਕੰਮ ਕਰਨਾ ਲਾਈਕ ਕਰਦਾ ਹੱਥਾਂ ਦੇ ਨਾਲ ਜੀ, ਤੇ ਜਿਹੜੇ ਟੈਕਨੀਕਲ ਸਕਿੱਲਸ ਹੈਗੇ ਆ। ਤਾਂ ਉਹ ਕਹਿੰਦੇ ਵੀ ਰੀਅਲੀ ਤੂੰ ਵਾਕਿਆ ਇੱਦਾਂ ਕੀਤੀ ਸੀ ਜਿਹੜਾ ਕਿ ਜਿਹਦਾ ਤੈਨੂੰ ਪਤਾ ਵੀ ਨਹੀਂ ਸੀਗਾ। ਹਾਂਜੀ। ਫਿਰ ਸਾਹਸ ਕੀਤਾ ਕੰਮ ਕਰਨੇ ਦਾ। ਬਿਲਕੁਲ। ਸੋ ਮੈਂ ਵੀ ਉਸ ਤੋਂ ਸਿੱਖਿਆ ਤੇ ਕੰਮ ਦੇ ਵਿੱਚ ਵੀ ਇਸ ਗੱਲ ਨੇ ਮੇਰੀ ਮਦਦ ਕੀਤੀ, ਜੌਬ ਲੈਣ ਦੇ ਵਿੱਚ ਵੀ। ਹਾਂਜੀ। ਕਿ ਉਹਨਾਂ ਨੇ ਮੇਰਾ ਇਨੀਸ਼ੀਏਟਿਵ ਦੇਖਿਆ ਕਿ ਬੰਦਾ ਆਪਣੇ ਆਪ ਇਨੀਸ਼ੀਏਟਿਵ ਲੈ ਕੇ ਹਾਂਜੀ ਸਮੱਸਿਆ ਹੱਲ ਕਰ ਸਕਦਾ। ਬਿਲਕੁਲ। ਹਾਂਜੀ। ਦੋਸਤੋ, ਦਰਸ਼ਕੋ, ਕੋਵਿਡ ਦੇ ਦੌਰਾਨ ਇੱਕ ਇਨਸੀਡੈਂਟ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਇੱਕ ਪਲੰਬਰ ਸੀਗਾ। ਪਲੰਬਰ ਨਾਲ ਉਹ ਗੈਸ ਇੰਜੀਨੀਅਰ ਸੀ, ਪਲੰਬਿੰਗ ਦਾ ਕੰਮ ਵੀ ਕਰਦਾ ਸੀ। ਉਹਨੂੰ ਕਿਸੇ ਔਰਤ ਵੱਲੋਂ ਫੋਨ ਆਇਆ ਕਿ ਉਹਦਾ ਬੋਇਲਰ ਖਰਾਬ ਹੋ ਗਿਆ ਕੋਵਿਡ ਦੇ ਦੌਰਾਨ। ਤੇ ਉਹ ਜਦੋਂ ਉਸ ਔਰਤ ਦਾ ਉਹ ਸਿਆਣੀ ਔਰਤ ਸੀਗੀ, ਉਹਦਾ ਬੋਇਲਰ ਠੀਕ ਕਰਨ ਗਿਆ ਤੇ ਉਹਨੂੰ ਪਤਾ ਲੱਗਾ ਭਈ ਇਹ ਕੈਂਸਰ ਤੋਂ ਪੀੜਤ ਆ ਜੀ। ਬਲਵੀਰ ਜੀ, ਉਸ ਗੈਸ ਇੰਜੀਨੀਅਰ ਨੇ ਹਾਂਜੀ ਉਹਦਾ ਸਾਰਾ ਬੋਇਲਰ ਨਵਾਂ ਲਾਇਆ ਜੀ ਆਪਣੇ ਕੋਲੋਂ। ਹਾਂਜੀ। ਔਰ ਜੋ ਕੁਛ ਵੀ ਹੋਰ ਹੋਣ ਵਾਲਾ ਸੀ ਉਹਨੇ ਕੀਤਾ, ਕਿਉਂਕਿ ਉਹਨੂੰ ਪਤਾ ਲੱਗਾ ਵੀ ਇਸ ਔਰਤ ਦਾ ਸ਼ਾਇਦ ਬਹੁਤ ਜ਼ਿਆਦਾ ਸਮਾਂ ਨਹੀਂ ਹੈਗਾ ਜੀ। ਔਰ ਜਦੋਂ ਉਹਨੇ ਬਿੱਲ ਕੱਟ ਕੇ ਰੱਖਿਆ ਹਾਂਜੀ ਉਹਨੂੰ ਬਣਾ ਕੇ ਦਿੱਤਾ, ਉਹਦੇ ਤੇ ਉਹਨੇ ਇੱਕ ਲਾਈਨ ਲਿਖੀ ਸੀਗੀ, there is nothing to pay ਜੀ from this elderly lady ਜੀ। ਅੱਛਾ। ਉਹ ਜਦੋਂ ਉਹ ਜਿਹੜੀ ਔਰਤ ਸੀਗੀ ਉਹਦੀ ਕੁੜੀ ਨੂੰ ਪਤਾ ਲੱਗਾ ਕਿ ਇੱਕ ਗੈਸ ਇੰਜੀਨੀਅਰ ਆਇਆ, ਉਹ ਮੇਰੀ ਮਾਂ ਦਾ ਜਿਹੜਾ ਬੋਇਲਰ ਆ ਉਹ ਚੇਂਜ ਕਰ ਗਿਆ, ਉਹਨੇ ਉਹਦੇ ਨਾਲ ਰਾਬਤਾ ਕੀਤਾ। ਉਹ ਕਹਿੰਦਾ ਵੀ ਮੈਂ ਤਾਂ ਇਦਾਂ ਦਾ ਕੰਮ ਬਹੁਤ ਚਿਰ ਤੋਂ ਕਰਨਾ ਚਾਹੁੰਦਾ, ਪਰ ਮੈਂ ਫਾਈਨੈਂਸ਼ੀਅਲ ਕਰਕੇ, ਵਿੱਤੀ ਹਾਲਤ ਕਰਕੇ ਨਹੀਂ ਕਰਨਾ ਚਾਹੁੰਦਾ, ਵੀ ਮੈਂ ਜਿਹੜੇ ਲੋਕ ਇਦਾਂ ਦੇ ਹੈਗੇ ਸਮੱਸਿਆ 'ਚ ਉਹਨਾਂ ਦੀ ਹੈਲਪ ਕਰਨੀ ਚਾਹੁੰਦਾ। ਹਾਂਜੀ। ਅੱਛਾ ਜੀ। ਉਹਦੀ ਉਸ ਔਰਤ ਦੀ ਕੁੜੀ ਨੇ ਉਹ ਜਿਹੜੀ ਰਸੀਦ ਸੀ ਦਿੱਤੀ ਪੈਸਿਆਂ ਦੀ ਇਨਵੋਇਸ ਜੀ, ਉਹਨੇ ਉਹ ਇੰਟਰਨੈਟ 'ਤੇ ਪਾ ਦਿੱਤੀ ਜੀ। ਔਰ ਤੁਸੀਂ ਯਕੀਨ ਜਾਣਿਓ ਕਿ ਉਸ ਬੰਦੇ ਕੋਲ 2 ਹਫ਼ਤਿਆਂ ਦੇ ਵਿੱਚ 50,000 ਪਾਉਂਡ ਇਕੱਠਾ ਹੋ ਗਿਆ। ਔਰ ਦੁਨੀਆ ਦੇ ਹਰੇਕ ਦੇਸ਼ ਦੇ ਵਿੱਚੋਂ ਉਸ ਬੰਦੇ ਨੂੰ ਮਦਦ ਆਈ ਵੀ ਤੂੰ ਲੋਕਾਂ ਦੀ ਮਦਦ ਕਰ ਜੀ, ਅਸੀਂ ਤੇਰੀ ਮਦਦ ਕਰਾਂਗੇ। ਔਰ ਉਸ ਬੰਦੇ ਨੇ ਫਿਰ ਆਪਣਾ ਜਿਹੜਾ ਕੰਮ ਸੀਗਾ ਉਹ ਅੱਧਾ ਕਰਕੇ ਜੀ, ਹਫ਼ਤੇ ਦੇ ਉਹਨੇ 3 ਦਿਨ ਉਹ ਆਪਣਾ ਕੰਮ ਕਰਦਾ ਔਰ 2 ਦਿਨ ਹੁਣ ਉਹ ਜਿਹੜਾ ਹੈਗਾ ਉਹ ਲੋਕਾਂ ਦਾ, ਜਿਹੜੇ ਲੋਕ ਖਾਸ ਕਰਕੇ ਇਦਾਂ ਦੀ ਸਮੱਸਿਆ ਦੇ ਵਿੱਚ ਹੈਗੇ ਆ, ਬਿਮਾਰ ਆ ਜਾਂ ਪੈਸੇ ਦੇ ਪੱਖੋਂ ਉਹ ਆਪਣਾ ਨਹੀਂ ਕਰ ਸਕਦੇ, ਉਹਨਾਂ ਦੀ ਉਹ ਮਦਦ ਕਰ ਰਿਹਾ ਜੀ। ਬਿਲਕੁਲ। ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਿੱਥੇ ਵੀ ਸਾਡਾ
ਹੋਵੇ ਮੌਕਾ ਕਰਕੇ ਕਹਿੰਦੇ ਦੁਨੀਆ ਜਿਹੜੀ ਚੱਲਦੀ ਆ ਉਹ ਚੰਗੇ ਲੋਕਾਂ ਦੇ ਕਰਕੇ ਚੱਲਦੀ ਆ। ਹਾਂਜੀ। ਸੋ ਬਲਵੀਰ ਜੀ ਸਾਡਾ ਜਿਹੜਾ ਸਮਾਂ ਵੀ ਹੈਗਾ ਉਹ ਬੜਾ ਤੇਜ਼ੀ ਨਾਲ ਸਮਾਪਤੀ ਵੱਲ ਵੱਧ ਰਿਹਾ। ਮੇਰਾ ਖਿਆਲ ਆਪਣੇ ਕੋਲ ਮਿੰਟ 1.5 ਹੀ ਹੈਗਾ ਜੀ। ਤੁਸੀਂ ਕੋਈ ਗੱਲ ਜਿਹੜੀ ਹੈਗੀ ਆ ਕੁਛ ਐਡ ਕਰਨੀ ਚਾਹੋ ਜਿਹੜੀ ਆਪਾਂ ਨਾ ਕਵਰ ਕੀਤੀ ਹੋਵੇ? ਜੀ ਜੀ, ਇੱਕ ਦੋ ਗੱਲਾਂ ਹੈਗੀਆਂ ਨਵਦੀਪ ਜੀ ਕਿ ਜਿਸ ਤਰ੍ਹਾਂ ਅਸੀਂ ਕਿਤੋਂ ਵੀ ਮਦਦ ਲੈਣ ਜਾਂਦੇ ਹਾਂ ਜੀ, ਤੇ ਉਹ ਜਿਹੜੇ ਬੰਦੇ ਹੈਗੇ ਆ ਉਹ ਕਹਿ ਦਿੰਦੇ ਆ ਕਿ ਇਹ ਜਿਹੜੀ ਮਦਦ ਦੀ ਜੀ ਉਹ ਤੁਹਾਨੂੰ ਕਿਸ ਤਰ੍ਹਾਂ ਜਿਹੜੀ ਸਮੱਸਿਆ ਦੇ ਵਿੱਚ ਤੁਸੀਂ ਹੈਗੇ ਆ ਜੀ ਤਾਂ ਉਹ ਸਮੱਸਿਆ ਕਿੱਦਾਂ ਹੱਲ ਕੀਤੀ ਜਾ ਸਕਦੀ ਹੈ, ਕਿੱਦਾਂ ਨਹੀਂ ਹੱਲ ਕੀਤੀ ਜਾ ਸਕਦੀ ਜੀ। ਮੇਰੇ ਕਹਿਣ ਦਾ ਭਾਵ ਸਿਰਫ ਇਹੀ ਹੈਗਾ ਕਿ ਜੇ ਕਿਸੇ ਦੀ ਵੀ ਅਸੀਂ ਮਦਦ ਕਰ ਸਕਦੇ ਹਾਂ ਸਾਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ, ਸਮਾਂ ਕੱਢਣਾ ਚਾਹੀਦਾ ਜੀ। ਦਰਸ਼ਕੋ ਸਾਡਾ ਸਮਾਂ ਜਿਹੜਾ ਹੈਗਾ ਉਹ ਇੱਥੇ ਹੀ ਸਮਾਪਤ ਹੁੰਦਾ ਹੈਗਾ। ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਹੈਗੀ ਆ ਇਹਨੇ ਤੁਹਾਨੂੰ ਥੋੜ੍ਹਾ ਜਿਹਾ ਹੌਸਲਾ ਦਿੱਤਾ ਹੋਊਗਾ ਕਿ ਤੁਸੀਂ ਵੀ ਸੇਵਾ ਵਾਲੇ ਪਾਸੇ ਨੂੰ ਤੁਰੋ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਕੰਮਕਾਰ ਬੰਦ ਕਰਕੇ ਸੇਵਾ ਵਾਲੇ ਪਾਸੇ ਨੂੰ ਤੁਰੋ। ਅਗਰ ਤੁਹਾਡੇ ਕੋਲ ਸਮਾਂ ਹੈਗਾ, ਤੁਹਾਡੇ ਕੋਲ ਕੋਈ ਇੱਦਾਂ ਦੀ ਸਕਿੱਲ ਹੈਗੀ ਆ ਜਿਹੜੀ ਤੁਸੀਂ ਦੂਸਰਿਆਂ ਦਾ ਭਲਾ ਕਰਨ ਲਈ ਵਰਤ ਸਕਦੇ ਆ ਤੇ ਤੁਹਾਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਆ। ਸੋਚਣ ਤੋਂ ਅੱਗੇ ਵੀ ਤੁਹਾਨੂੰ ਉੱਠ ਕੇ ਕੁਛ ਕਰਨਾ ਚਾਹੀਦਾ। ਸੋ ਸਾਡਾ ਸਮਾਂ ਇੱਥੇ ਸਮਾਪਤ ਹੁੰਦਾ। ਅਸੀਂ ਇਸ ਵਾਅਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਕਿ ਅਸੀਂ ਅਗਲੇ ਹਫਤੇ ਫਿਰ ਕਿਸੇ ਇੱਕ ਟੌਪਿਕ ਦੇ ਨਾਲ ਇੱਕ ਵਿਸ਼ੇ ਦਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸੋ ਮੈਨੂੰ ਤੇ ਬਲਵੀਰ ਜੀ ਨੂੰ ਤੁਸੀਂ ਇਜਾਜ਼ਤ ਦਿਓ। ਆਪਣਾ ਧਿਆਨ ਰੱਖਿਓ। ਅਸੀਂ ਮਿਲਦੇ ਹਾਂ ਅਗਲੇ ਹਫਤੇ। ਜੈ ਗੁਰਦੇਵ, ਜੈ ਭੀਮ।